और फिर भाई ये शुरू होने लगी है ना, हुण शुरू होने लगी है, तुसी चुप कर जाओ। शुरू होने लगी नहीं जनाब, जंग लगी है। बाहर आलो आ गए ने डॉक्टर डेरी साहब उन्होंने जी जी हाँ जी, जंग शुरू हो, जंग ने किथे जा जी। मैं दोबारा थोड़ी जी दोहरा देना। ठीक है जी। ਉਹ ਜਿਹੜੀ ਤੁਸੀਂ ਕੋਈ 15-20 ਪੁਆਇੰਟ ਬਿਆਨ ਕੀਤੇ ਸਨ ਨਾ, ਉਹ ਫਿਰ ਮੈਂ ਆਖਰ ਤੋਂ ਉਹਦੇ ਤੇ ਕਮੈਂਟ ਸ਼ੁਰੂ ਕੀਤਾ ਸੀ ਤਾਂ ਕਿ ਤੁਹਾਡੇ ਜ਼ਿਹਨ 'ਚ ਤਾਜ਼ਾ ਹੋ ਜਾਏ ਤੇ ਸੁਣਨ ਵਾਲਿਆਂ ਨੂੰ ਵੀ ਯਾਦ ਆ ਜਾਏ। ਇੱਕ ਤੇ ਆਖਰੀ ਸਵਾਲ ਤੁਸੀਂ ਇਹ ਕੀਤਾ ਕਿ ਜਦੋਂ ਤੁਸੀਂ ਨਬੀਆਂ ਦਾ ਕੋਈ ਜ਼ਿਕਰ ਕੀਤਾ ਜੀ, ਨਬੀ ਆਏ ਨੇ ਕਿ ਨਹੀਂ, ਤੇ ਫਿਰ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਸਾਹਿਬ ਦਾ ਜ਼ਿਕਰ ਨਹੀਂ ਕੀਤਾ। ਉਹਦੀ ਵਜ੍ਹਾ ਇਹ ਵੇ ਕਿ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਅਲੈਹਿਸਸਲਾਮ ਨੂੰ ਤੁਸੀਂ ਨਬੀ ਨਹੀਂ ਮੰਨਦੇ। ਮੈਂ ਉਹਨਾਂ ਲੋਕਾਂ ਦੀ ਮਿਸਾਲ ਦਿੱਤੀ ਹੈ ਜਿਨ੍ਹਾਂ ਨੂੰ ਤੁਸੀਂ ਉਸ ਮੁਸਲਮਾਨ ਦੇ ਗਰੋਹ 'ਚ ਮੰਨਦੇ ਹੋ ਜਿਹਦਾ ਤੁਸੀਂ ਨਾਂ ਲਿਆ। ਇਬਨ ਅਰਬੀ ਸਾਹਿਬ ਨੂੰ ਤੁਸੀਂ ਮੰਨਦੇ ਹੋ, ਤੁਹਾਡੇ ਬਜ਼ੁਰਗ ਤੁਸੀਂ ਪਤਾ ਨਹੀਂ ਕੀ ਮੰਨਦੇ ਹੋ ਤੇ ਕੀ ਨਹੀਂ ਮੰਨਦੇ, ਤੁਹਾਡਾ ਜ਼ਾਤੀ ਤੇ ਅਜੀਬੋ ਗਰੀਬ ਜਿਹਾ ਨਜ਼ਰੀਆ ਹੈ। ਤੁਹਾਡੇ ਜਿਹੜੇ ਬਜ਼ੁਰਗ ਨੇ ਵੱਡੇ ਨੇ ਜੇ ਤੁਹਾਡੇ, ਉਹਨਾਂ ਨੂੰ ਸ਼ੇਖ ਅਕਬਰ ਮੰਨਦੇ ਨੇ, ਸੂਫੀਆ ਦਾ ਪਿਓ ਮੰਨਦੇ ਨੇ, ਸਭ ਤੋਂ ਵੱਡਾ ਵਲੀ ਮੰਨਦੇ ਨੇ, ਜਾਂ ਵੱਡੇ ਵਲੀਆਂ 'ਚੋਂ ਇੱਕ ਮੰਨਦੇ ਨੇ। ਤੇ ਉਹ ਇਬਨ ਅਰਬੀ ਸਾਹਿਬ ਨੇ ਨਬੂਵਤ ਦਾ ਦਾਅਵਾ ਕੀਤਾ। ਅੱਜ ਹੁਣ ਤੁਸੀਂ ਕਿਹਾ ਜੀ ਕਿ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਬਤਾਏ ਦੇ ਇਲਾਵਾ ਕੁਛ ਹਜ਼ਰਤ ਈਸਾ ਦੇ ਬਾਰੇ ਜਿਹੜਾ ਮੰਨੇ ਉਹ ਗੁੰਮਰਾਹ ਹੈ। ਅੱਛਾ, ਇਹ ਕਾਇਦਾ ਕੁਲੀਆ ਜਿਹੜਾ ਤੁਸੀਂ ਮੈਨੂੰ ਪੇਸ਼ ਕੀਤਾ ਹੈ, ਇਹ ਤੁਹਾਡੇ ਤੇ ਕਿਉਂ ਨਹੀਂ ਅਪਲਾਈ ਹੁੰਦਾ ਜਨਾਬ? ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਸ ਆਇਤ ਦੀ ਤਸ਼ਰੀਹ ਕਿੱਥੇ ਕੀਤੀ ਹੈ ਜੀ? ਇਸ ਸੂਰਤ ਨਿਸਾ ਦੀ ਆਇਤ ਨੰਬਰ 60 ਦਾ ਮਤਲਬ ਇਹ ਵੇ ਕਿ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ ਕੋਈ ਨਬੀ ਪੈਦਾ ਨਹੀਂ ਹੋ ਸਕਦਾ ਜਾਂ ਕਿਸੇ ਨੂੰ ਨਬੂਵਤ ਮਿਲ ਨਹੀਂ ਸਕਦੀ। ਜਦੋਂ ਉਹਨਾਂ ਨੇ ਇਹ ਤਸ਼ਰੀਹ ਨਹੀਂ ਕੀਤੀ ਤੇ ਤੁਸੀਂ ਕਰਦੇ ਹੋ ਪਏ, ਤੇ ਫਿਰ ਤੁਸੀਂ ਕਿਉਂ ਨਹੀਂ ਗੁੰਮਰਾਹ? ਤੁਹਾਨੂੰ ਕਿਉਂ ਨਾ ਪਹਿਲਾਂ ਗੁੰਮਰਾਹ ਮੰਨੀਏ? ਵੀ ਮੁਹੰਮਦ ਹੁਸੈਨ ਬਟਾਲਵੀ ਸਾਹਿਬ ਨੂੰ ਗੁੰਮਰਾਹ ਮੰਨ ਲਓ, ਤੇ ਕਾਸਮ ਨਨੋਤਵੀ ਸਾਹਿਬ ਨੂੰ ਵੀ ਗੁੰਮਰਾਹ ਮੰਨ ਲਓ, ਕੁਰਾਨ ਦਾ ਦੁਸ਼ਮਣ ਮੰਨ ਲਓ, ਤੇ ਅਹਿਮਦ ਰਜ਼ਾ ਖਾਨ ਬਰੇਲਵੀ ਸਾਹਿਬ ਨੂੰ ਵੀ ਮੰਨ ਲਓ, ਤੇ ਇਬਨ ਅਰਬੀ ਨੂੰ ਵੀ ਮੰਨ ਲਓ, ਤੇ ਡਾਕਟਰ ਡੇਰਿੰਗ ਸਾਹਿਬ ਦੀ ਗੱਲ ਸੁਣੀ ਜਾਓ ਕਿ ਇਹ ਇਹਨਾਂ ਸਾਰਿਆਂ ਤੋਂ ਵੱਡੇ ਲਾਮਾ ਸਾਹਿਬ ਆਏ ਨੇ ਕਿ ਇਹ ਬੇਸ਼ੱਕ ਜੋ ਮਰਜ਼ੀ ਆਪਣੇ ਕੋਲੋਂ ਘੜ ਕੇ ਪੇਸ਼ ਕਰੀ ਜਾਣ, ਇਹ ਜ਼ਰੂਰ ਮੰਨੋ, ਪਰ ਹੋਰ ਕੋਈ ਗੱਲ ਕਿਸੇ ਦੀ ਮੰਨੀ ਤੇ ਉਹ ਤੁਸੀਂ ਫਿਰ ਕੁਰਾਨ ਦੇ ਦੁਸ਼ਮਣ ਹੋ ਜਾਓਗੇ। ਇਹ ਕਿਹੜਾ ਨਵਾਂ ਫਾਰਮੂਲਾ ਤੁਸੀਂ ਪੇਸ਼ ਕਰ ਦਿੱਤਾ ਜੀ ਸਾਡੇ ਸਾਹਮਣੇ? ਇਹ ਹੁਣ ਨੋਟ ਕਰ ਲਿਆ ਜੇ ਕਿ ਤੁਹਾਨੂੰ ਭੁੱਲ ਵੀ ਜਾਂਦੀਆਂ ਅੱਲਾ ਕੀਤਾ ਗੱਲਾਂ, ਇਨਸਾਨ ਹੀ ਬੰਦਾ ਭੁੱਲ ਵੀ ਜਾਂਦਾ, ਤੇ ਨੋਟ ਕਰ ਲਓ। ਤੇ ਇਹਦਾ ਇੱਕ ਇੱਕ ਜਿਸ ਤਰ੍ਹਾਂ ਪੁਆਇੰਟ ਮੈਂ ਲਿਖਣਾ ਨਾ ਤੇ ਪੁਆਇੰਟਾਂ ਦਾ ਜਵਾਬ ਦੇਣਾ ਜੀ, ਪੁਆਇੰਟਾਂ ਦਾ ਜਵਾਬ ਦੇ ਦਿਓ ਤੇ ਮਿਹਰਬਾਨੀ। ਫਿਰ ਤੁਸੀਂ ਕਿਹਾ ਜੀ ਈਸਾ ਅਲੈਹਿਸਸਲਾਮ ਤੇ ਜਿਹੜੀ ਵਹੀ ਨਾਜ਼ਲ ਹੋਏਗੀ ਉਹ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੇ ਵੀ ਨਾਜ਼ਲ ਹੋ ਗਈ ਹੈ। ਇਹ ਕਿਹਨੇ ਤੁਹਾਨੂੰ ਦੱਸ ਦਿੱਤਾ ਜੀ? ਕਿੱਥੇ ਤੁਸੀਂ ਪੜ੍ਹਿਆ? 40 ਸਾਲ ਹਜ਼ਰਤ ਈਸਾ ਅਲੈਹਿਸਸਲਾਮ ਨੇ ਦੁਨੀਆ 'ਚ ਰਹਿਣਾ। ਤੁਹਾਡੇ ਬਜ਼ੁਰਗਾਂ ਨੇ ਲਿਖਿਆ ਕਿ 40 ਸਾਲ ਉਹਨਾਂ ਤੇ ਵਹੀ ਨਬੂਵਤ ਹੋਣੀ ਹੈ ਤੇ ਜਿਬਰੀਲ ਨੇ ਲੈ ਕੇ ਆਉਣੀ ਹੈ, ਤੇ 40 ਸਾਲ ਦੀ ਵਹੀ ਵਾਓ ਹਾਂ ਕਿੱਥੇ? ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਦੱਸਿਆ ਕਿ 40 ਸਾਲ ਹੈ ਉਹਨਾਂ ਤੇ ਵਹੀ ਹੁੰਦਾ ਰਿਹਾ ਹੋਏਗਾ। ਕਿਆ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਇੱਕ ਇੱਕ ਲਮਹਾ ਹਜ਼ਰਤ ਈਸਾ ਅਲੈਹਿਸਸਲਾਮ ਦੀ ਜ਼ਿੰਦਗੀ ਦਾ ਬਿਆਨ ਕਰ ਦਿੱਤਾ? ਬਿਲਕੁਲ ਨਹੀਂ ਕੀਤਾ। ਪਹਿਲਾਂ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਸਾਰੀਆਂ ਗੱਲਾਂ ਸਾਡੇ ਤੱਕ ਪਹੁੰਚੀਆਂ ਹੀ ਨਹੀਂ, ਜਿਹੜੀਆਂ ਅੱਲਾਹ ਤਾਲਾ ਨੇ ਚਾਹੀਆਂ ਨੇ ਉਹ ਪਹੁੰਚ ਗਈਆਂ ਨੇ। ਵਾਲਾ 23 ਸਾਲ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨਬੀ ਰਹੇ ਨੇ, ਕਿ 23 ਸਾਲ ਦਾ ਲਮਹੇ ਦਾ ਜ਼ਿਕਰ ਸਾਡੇ ਕੋਲ ਪਹੁੰਚ ਗਿਆ? ਨਹੀਂ ਪਹੁੰਚਿਆ। ਬੇਸ਼ੁਮਾਰ ਗੱਲਾਂ ਅੱਲਾਹ ਨੇ ਚਾਹਿਆ ਤੇ ਜ਼ਾਇਆ ਹੋ ਗਈਆਂ, ਤੇ ਬੇਸ਼ੁਮਾਰ ਗੱਲਾਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਲਫ਼ਜ਼ ਤੇ ਨਹੀਂ ਦੱਸਿਆ ਨਾ। ਹਜ਼ਰਤ ਈਸਾ ਅਲੈਹਿਸਸਲਾਮ ਦੀ 40 ਸਾਲ ਦੀ ਜ਼ਿੰਦਗੀ ਦਾ ਕੋਈ ਲਮਹਾ ਤੇ ਨਹੀਂ ਸਾਨੂੰ ਦੱਸ ਦਿੱਤਾ ਕਿ ਹਰ ਕੰਮ ਜਿਹੜਾ ਉਹਨਾਂ ਨਾਲ ਹੋਣਾ ਹੈ ਉਹ ਦੱਸ ਦਿੱਤਾ ਹੈ। ਠੀਕ ਹੈ। ਅੱਗੇ ਜੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ ਤੁਸੀਂ ਕਿਹਾ ਜੀ ਜੋ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨਾਜ਼ਰ ਹੋਊਗਾ ਦੋਨੋਂ ਪਰ ਈਮਾਨ, ਜਾਂ ਉਹਨਾਂ ਤੋਂ ਬਾਅਦ ਨਾਜ਼ਲ ਹੋਏਗਾ, ਦੋਵਾਂ ਤੇ ਈਮਾਨ ਲਿਆਉਣਾ ਜ਼ਰੂਰੀ ਹੈ। ਠੀਕ ਹੈ ਜੀ। ਅੱਛਾ, ਉਹਨਾਂ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ ਜਿਹੜਾ ਈਮਾਨ ਲਿਆਉਣਾ ਜ਼ਰੂਰੀ ਹੈ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਇਸ ਆਇਤ ਤੋਂ ਇਹ ਜਿਹੜਾ ਤੁਹਾਡਾ ਅਕੀਦਾ ਕਿੰਜ ਸਾਬਤ ਹੋਣ ਡਿਆ ਉਹ ਤੁਸੀਂ ਹਾਲਾਂ ਤੱਕ ਨਹੀਂ ਦੱਸਿਆ ਕਿ ਕੋਈ ਨਬੀ ਪੈਦਾ ਨਹੀਂ ਜੀ ਹੋ ਸਕਦਾ। ਤੁਸੀਂ ਖੁਦ ਕਿਹਾ ਹੈ ਕਿ ਜੇ ਕੋਈ ਨਬੀ ਆ ਜਾਏ, ਕਿਸੇ ਦਾ ਹੁਕਮ ਮੰਨਣਾ ਜ਼ਰੂਰੀ ਹੋ ਜੇ ਤੇ ਉਹਨੂੰ ਮੰਨਣਾ ਉਹਦਾ ਲਾਜ਼ਮ ਹੋ ਜੇ, ਤੇ ਫਿਰ ਕੁਰਾਨ 'ਚ ਤਜ਼ਾਦ ਸਾਬਤ ਹੋ ਜਾਂਦਾ। ਤੇ ਤਜ਼ਾਦ ਤੇ ਤੁਸੀਂ ਆਲਰੇਡੀ ਮੰਨਦੇ ਹੋ। ਹਜ਼ਰਤ ਈਸਾ ਅਲੈਹਿਸਸਲਾਮ ਨੇ ਆਉਣਾ ਹੈ ਕਿ ਨਹੀਂ ਆਉਣਾ? ਜੇ ਇਹਦੇ ਨਾਲ ਪੈਦਾ ਹੋਣਾ ਗਲਤ ਸਾਬਤ ਹੁੰਦਾ ਤੇ ਆਉਣਾ ਕਿਉਂ ਨਹੀਂ ਗਲਤ ਸਾਬਤ ਹੁੰਦਾ? ਇਹਦੇ ਨਾਲ ਤਾਂ ਫਿਰ ਸਭ ਕੁਝ ਹੀ ਗਲਤ ਸਾਬਤ ਹੋ ਜਾਂਦਾ ਹੈ। ਜਦੋਂ ਜ਼ਰੂਰਤ ਹੀ ਨਹੀਂ ਕਿਸੇ ਵਹੀ ਦੀ, ਤੇ ਹਜ਼ਰਤ ਈਸਾ ਅਲੈਹਿਸਸਲਾਮ ਨੇ ਕਦ ਲਈ ਆਉਣਾ ਤੇ ਅੱਲਾਹ ਤਾਲਾ ਉਹਨਾਂ ਤੇ ਕਦ ਲਈ ਵਹੀਆਂ ਕਰਨ ਡਿਆ? ਤੇ ਜੇ ਉਹਨਾਂ ਤੇ ਵਹੀ ਕਰ ਸਕਦਾ ਤੇ ਕਿਸੇ ਹੋਰ ਤੇ ਕਿਉਂ ਨਹੀਂ ਕਰ ਸਕਦਾ? ਇਹਦਾ ਮਤਲਬ ਹੈ ਕਿ ਤੁਸੀਂ ਫਿਰ ਹੁਣ ਵੀ ਉਹੀ ਮੁਤਜ਼ਾਦ ਅਕੀਦਾ ਰੱਖਦੇ ਹੋ ਕਿ ਇਸ ਆਇਤ ਤੋਂ ਸਾਬਤ ਹੁੰਦਾ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ ਕਿਸੇ ਤੇ ਵਹੀ ਨਹੀਂ ਹੋ ਸਕਦੀ, ਨਾ ਹੀ ਉਹਦੇ ਤੇ ਈਮਾਨ ਲਿਆਉਣਾ। ਅੱਛਾ, ਹਜ਼ਰਤ ਈਸਾ ਅਲੈਹਿਸਸਲਾਮ ਜਦੋਂ ਆਉਣਗੇ ਤੇ ਉਹਨਾਂ ਦਾ ਮੁਨਕਰ ਹੋ ਕੇ ਗੁਜ਼ਾਰਾ ਹੋ ਜਾਏਗਾ ਕਿ ਈਮਾਨ ਲਿਆਉਣਾ ਪਏਗਾ? ਤੁਸੀਂ ਆਪ ਮੰਨਦੇ ਹੋ ਕਿ ਜਦੋਂ ਆਉਣਗੇ ਤੇ ਸਾਈ ਵੀ ਉਹਨਾਂ ਤੇ ਈਮਾਨ ਲਿਆਉਣਗੇ ਤੇ ਯਹੂਦੀ ਵੀ ਉਹਨਾਂ ਤੇ ਈਮਾਨ ਲਿਆਉਣਗੇ, ਤੇ ਜਦੋਂ ਉਹ ਸਾਰੇ ਉਹਨਾਂ ਤੇ ਈਮਾਨ ਲਿਆਉਣਗੇ ਤੇ ਤੁਹਾਡਾ ਦਾਅਵਾ ਤੇ ਉੱਥੇ ਹੀ ਝੂਠਾ ਸਾਬਤ ਹੋ ਗਿਆ। ਤੁਸੀਂ ਕਹਿੰਦੇ ਉਹਨਾਂ ਤੇ ਈਮਾਨ ਲਿਆਉਣਾ ਜ਼ਰੂਰੀ ਨਹੀਂ, ਤੇ ਫਿਰ ਉਹ ਈਮਾਨ ਕਦ ਲਈ ਲਿਆਉਣਗੇ? ਉਹ ਨਬੀ ਕਾਹਦੇ ਨੇ ਜਿਹਦੇ ਤੇ ਈਮਾਨ ਹੀ ਲਿਆਉਣਾ ਜ਼ਰੂਰੀ ਨਹੀਂ? ਜਦੋਂ ਹਜ਼ਰਤ ਈਸਾ ਆ ਜਾਣ, ਮੈਂ ਤੇ ਤੁਸੀਂ ਉੱਥੇ ਮੌਜੂਦ ਹੋਈਏ, ਮੈਂ ਕਹਾਂ ਵੀ ਮੈਂ ਇਹਨਾਂ ਨੂੰ ਨਬੀ ਨਹੀਂ ਜੇ ਮੰਨਦਾ, ਤੇ ਗੁਜ਼ਾਰਾ ਹੋ ਜਾਏਗਾ? ਤੁਸੀਂ ਕਹੋਗੇ ਕਿ ਮੈਂ ਇਹਨਾਂ ਨੂੰ ਨਬੀ ਨਹੀਂ ਮੰਨਦਾ, ਮੈਂ ਪੁੱਛਾਂ ਵੀ ਕਿਉਂ ਨਹੀਂ ਮੰਨਦੇ? ਤੁਸੀਂ ਕਹੋਗੇ ਇਹਨਾਂ ਨੂੰ ਮੰਨਣਾ ਜ਼ਰੂਰੀ ਨਹੀਂ। ਮੈਂ ਤਾਂ ਕੁਰਾਨ 'ਚ ਪੜ੍ਹਿਆ ਕਿ ਲਿਖਿਆ ਹਜ਼ਰਤ ਈਸਾ ਨੂੰ ਨਬੀ ਮੰਨਣਾ ਜ਼ਰੂਰੀ ਨਹੀਂ।
ਠੀਕ ਹੋ ਗਿਆ। ਹੁਣ ਤੁਸੀਂ ਕਹੋਗੇ ਜੀ ਮੈਂ ਤਾਂ ਪਹਿਲਾਂ ਹੀ ਮੰਨਣਾ ਭਈ ਹਜ਼ਰਤ ਈਸਾ ਅਲੈਹਿਸਲਾਮ ਜਦੋਂ ਆਉਣੇ ਨੇ ਉਹਨਾਂ ਨੂੰ ਤੁਸੀਂ ਪਛਾਣ ਲਓਗੇ ਕਿ ਇਹ ਹਜ਼ਰਤ ਈਸਾ ਨੇ? ਨਹੀਂ ਪਛਾਣੋਗੇ। ਜ਼ਾਹਰੀ ਗੱਲ ਹੈ, ਜਿਸ ਤਰ੍ਹਾਂ ਹਰ ਨਬੀ ਆਉਂਦਾ ਹੈ ਉਹਦਾ ਕੋਈ ਮੁਨਕਰ ਹੁੰਦਾ ਹੈ, ਕਿਸੇ ਨੂੰ ਸਮਝ ਆਉਂਦੀ ਕਿਸੇ ਨੂੰ ਨਹੀਂ ਸਮਝ ਆਉਂਦੀ, ਕੋਈ ਮੰਨਦਾ ਕੋਈ ਮੁਨਕਰ ਹੁੰਦਾ ਹੈ। ਜਿਹੜਾ ਉਹਨਾਂ ਦਾ ਮੁਨਕਰ ਹੋਏਗਾ ਕਿਆ ਉਹ ਮੁਸਲਮਾਨ ਹੀ ਰਹੇਗਾ? ਕਿਆ ਇਹਦੇ ਨਾਲ ਸਾਬਤ ਇਹ ਹੋਇਆ ਸਾਰੀ ਗੱਲ ਦੇ ਵਿੱਚੋਂ ਕਿ ਜਦੋਂ ਹਜ਼ਰਤ ਈਸਾ ਅਲੈਹਿਸਲਾਮ ਤੁਹਾਡੇ ਜ਼ੋਮ ਦੇ ਮੁਤਾਬਕ ਆ ਜਾਣਗੇ ਉਹਨਾਂ ਨੂੰ ਮੰਨਣਾ ਜ਼ਰੂਰੀ ਹੋਏਗਾ। ਚੂੰਕਿ ਉਹਨਾਂ ਨੂੰ ਮੰਨਣਾ ਜ਼ਰੂਰੀ ਹੈ, ਤੁਹਾਡਾ ਦਾਵਾ ਝੂਠਾ ਸਾਬਤ ਹੋ ਗਿਆ ਵੀ ਕੁਰਾਨ 'ਚ ਲਿਖਿਆ ਹੈ ਕਿ ਨਬੀ ਕਰੀਮ ਤੋਂ ਬਾਅਦ ਕਿਸੇ ਨੂੰ ਮੰਨਣਾ ਜ਼ਰੂਰੀ ਨਹੀਂ। ਉਹਨਾਂ ਨੇ ਚੂੰਕਿ ਆਉਣਾ ਹੀ ਬਾਅਦ ਚੋਂ ਹੈ ਤੇ ਉਹ ਇੱਕ ਨਵਾਂ ਦੌਰ ਹੋਏਗਾ। ਨਾ ਉਹਨਾਂ ਨੂੰ ਸਾਈ ਮੰਨ ਰਹੇ ਨੇ, ਨਾ ਯਹੂਦੀ ਮੰਨ ਰਹੇ ਨੇ, ਨਾ ਹੀ ਮੁਸਲਮਾਨ ਮੰਨ ਰਹੇ ਨੇ। ਮੁਸਲਮਾਨ ਵੀ ਸਾਰੇ ਇੱਕਦਮ ਤਾਂ ਨਹੀਂ ਕਿ ਉਤਰੇ ਨੇ ਤੇ ਬਿਸਮਿਲ੍ਲਾ ਜੀ ਸਲਾਮ ਅਲੈਕਮ ਅਸੀਂ ਤੁਹਾਡੇ ਤੇ ਇਮਾਨ ਲਿਆਏ ਆ। ਇਮਾਨ ਲਿਆਉਣਾ ਪੈਣਾ ਹੈ ਉਹਨਾਂ ਦੇ। ਜਦੋਂ ਨਬੀ ਆ ਜਾਏਗਾ, ਹੁਣ ਤੇ ਅਸੀਂ ਗਾਇਬਾਨਾ ਇਮਾਨ ਲਿਆਉਣਾ ਨਾ, ਹਾਜ਼ਰ ਤੇ ਵੀ ਇਮਾਨ ਲਿਆਉਣਾ ਪੈਣਾ ਹੈ। ਇਹ ਤਾਂ ਨਹੀਂ ਹੋ ਸਕਦਾ ਹਾਜ਼ਰ ਹੋ ਗਏ ਨੇ ਤੇ ਅਸੀਂ ਭਾਈ ਤੁਹਾਡੇ ਤੇ ਇਮਾਨ ਕੋਈ ਨਹੀਂ ਲਿਆਉਂਦੇ। ਕਿਆ ਸਹੀ ਇਮਾਨ ਲਿਆਉਂਦੇ ਨੇ ਨਬੀ ਹਜ਼ਰਤ ਮੁਸਲਮਾਨ ਜਿਹੜੇ ਕਹਿਲਾਉਂਦੇ ਨੇ? ਮੁਸਲਮਾਨਾਂ ਤੋਂ ਇਲਾਵਾ ਜਿਹੜੇ ਹਜ਼ਰਤ ਈਸਾ ਦੀ ਵਫਾਤ ਦੇ ਕਾਇਲ ਨੇ, ਗਮ ਦੀ ਵਫਾਤ ਦਾ ਕਾਇਲ ਹੈ। ਹੋਰ ਐਸੇ ਫਿਰਕੇ ਨੇ ਜਿਹੜੇ ਹੁਣ ਵਾਬੀਆਂ ਦੇ ਵਿੱਚੋਂ ਪੈਦਾ ਹੋ ਗਏ ਜਿਹੜੇ ਉਹਨਾਂ ਦੀ ਵਫਾਤ ਦੇ ਕਾਇਲ ਨੇ। ਉਹ ਮੰਨਣਗੇ ਉਹਨਾਂ ਨੂੰ ਕਿ ਹਾਂਜੀ ਆ ਗਏ ਜੀ ਅਸੀਂ ਤੁਹਾਨੂੰ ਮੰਨਨੇ ਆ ਤੇ ਚਲੋ ਅਸੀਂ ਮੰਨ ਲਿਆ ਤੁਸੀਂ ਜ਼ਿੰਦਾ। ਜ਼ਾਹਰੀ ਗੱਲ ਹੈ ਕਿ ਉਹਨਾਂ ਨੂੰ ਮੰਨਣਾ ਪਏਗਾ ਜੇ ਉਹ ਆ ਜਾਣ ਕਿ ਤੁਸੀਂ ਜ਼ਿੰਦਾ ਹੋ ਅਸੀਂ ਤੁਹਾਡੇ ਤੇ ਇਮਾਨ ਲਿਆਉਣਾ। ਇਹਦਾ ਮਤਲਬ ਹੈ ਉਹਨਾਂ ਤੇ ਇਮਾਨ ਲਿਆਉਣਾ ਜ਼ਰੂਰੀ ਹੈ। ਚੂੰਕਿ ਉਹਨਾਂ ਤੇ ਇਮਾਨ ਲਿਆਉਣਾ ਜ਼ਰੂਰੀ ਹੈ ਇਸ ਵਾਸਤੇ ਤੁਹਾਡਾ ਇਹਦੇ ਤੋਂ ਮਨਗੜਤ ਜਿਹੜਾ ਖਿਆਲ ਪੇਸ਼ ਕੀਤਾ ਗਿਆ ਨਾ, ਜਿਹਦੀ ਕੋਈ ਦਲੀਲ ਨਾ ਕੁਰਾਨ 'ਚ ਤੁਸੀਂ ਪੇਸ਼ ਕਰ ਸਕਦੇ ਹੋ ਨਾ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ 'ਚੋਂ, ਉਹ ਗਲਤ ਸਾਬਤ ਹੋ ਗਈ। ਫਿਰ ਤੁਸੀਂ ਕਿਹਾ ਜੀ ਉਹਨਾਂ ਦਾ ਹੁਕਮ ਮੰਨਣਾ ਜ਼ਰੂਰੀ ਹੋਏਗਾ। ਬਈ ਅੱਲਾਹ ਦੇ ਰਸੂਲ ਦੱਸ ਕੇ ਗਿਆ ਹੈ ਕਿ ਜਦੋਂ ਆਏਗਾ ਤੇ ਉਹ ਹਕਮ ਤੇ ਅਦਲ ਹੋਏਗਾ। ਹਕਮ ਹੁੰਦਾ ਕੀ ਹੈ? ਜੇ ਉਹਦੀ ਗੱਲ ਹੀ ਨਹੀਂ ਮੰਨਣੀ ਤੇ ਹਕਮ ਹੁੰਦਾ ਹੀ ਹੋਵੇ ਕਿ ਜਿਹਦੀ ਗੱਲ ਮੰਨਣੀ ਜ਼ਰੂਰੀ ਹੋਏ। ਤੇ ਜਦੋਂ ਉਹਨਾਂ ਦੀ ਗੱਲ ਮੰਨਣੀ ਜ਼ਰੂਰੀ ਹੈ ਤੇ ਫਿਰ ਤੁਹਾਡਾ ਅਕੀਦਾ ਝੂਠਾ ਸਾਬਤ ਹੋ ਗਿਆ। ਉਹ ਕਹਿੰਦੇ ਨੇ ਇੱਕ ਝੂਠ ਨੂੰ ਛੁਪਾਉਣ ਵਾਸਤੇ 100 ਝੂਠ ਬੋਲਣੇ ਪੈਂਦੇ ਨੇ ਤੇ ਤੁਸੀਂ ਇੱਕ ਗਲਤ ਅਕੀਦਾ ਬਣਾ ਬੈਠੇ ਹੋ। ਚੂੰਕਿ ਉਹਦੀ ਤੁਹਾਡੇ ਕੋਲ ਦਲੀਲ ਕੋਈ ਨਹੀਂ, ਤੁਸੀਂ 100 ਹੋਰ ਨਵੀਆਂ ਕਹਾਣੀਆਂ ਹਰਾਮ ਕਹਾਣੀਆਂ ਘੜ ਰਹੇ ਹੋ ਕਿ ਇਹਨੂੰ ਮੰਨ ਲਵੋ ਤੇ ਮੇਰੀ ਡਾਕਟਰ ਡੇਰਿੰਗ ਸਾਹਿਬ ਦੀ ਮੰਨ ਲਓ ਤੇ ਬਾਕੀ ਸਾਰਿਆਂ ਦੀ ਛੱਡ ਦਿਓ। ਅੱਛਾ ਜੀ, ਫਿਰ ਤੁਸੀਂ ਕਿਹਾ ਜੀ ਅੱਛਾ ਹੋ ਅੱਲਾ जी ये ਤੁਸੀਂ ਉਹਦੀ ਦਲੀਲ ਚ ਪੇਸ਼ ਕੀਤਾ। ਫਿਰ सूरत अनाम ਦੀ 121 ਚ ਲਿਖਿਆ शैतान ने अपनी औलियों की तरफ वही करते हैं, इससे साबित हुआ कि झूठे नबी पैदा होंगे। कोई भी नहीं ਇਹਦੇ ਨਾਲ ਸਾਬਤ ਹੋਇਆ ਕਿ ਝੂਠੇ ਨਬੀ ਪੈਦਾ ਹੋਣਗੇ। क्या खाली ਇੱਕ ਵਹੀ ਨਾਜ਼ਲ ਕਰਨ ਨਾਲ ਬੰਦਾ ਨਬੀ ਬਣ ਜਾਂਦਾ? शैतान ਜਿਹੜਾ ਨਬੀ ਕਰੀਮ सल्लल्लाहु अलैहि वसल्लम ਦੀ ਜ਼ਿੰਦਗੀ ਚ ਨਹੀਂ ਸੀ ਆਪਣੇ ਵਲੀਆਂ ਨੂੰ ਵਹੀ ਕਰਦਾ ਪਿਆ? ਬਿਲਕੁਲ ਕਰਦਾ ਸੀ ਪਿਆ। ਤੁਸੀਂ ਖਤਮੇ ਨਬੂਵਤ ਨੂੰ ਮੰਨਦੇ ਹੋ ਤੇ ਕਿਆ ਖਤਮੇ ਨਬੂਵਤ ਨੂੰ ਤੁਸੀਂ ਇਹ ਮੰਨਦੇ ਹੋ ਕਿ ਹਜ਼ਰਤ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ ਅੱਲਾਹ ਤਾਲਾ ਕਿਸੇ ਨੂੰ ਵੀ ਵਹੀ ਨਹੀਂ ਕਰਦਾ? ਇਸ ਗੱਲ ਨੂੰ ਕਰਕੇ ਸੂਰਤ ਅਨਾਮ ਤੋਂ ਇਹ ਨਤੀਜਾ ਕੱਢ ਕੇ ਕਿ ਚੂੰਕਿ ਲਿਖਿਆ ਕਿ ਸ਼ੈਤਾਨ ਆਪਣੇ ਔਲੀਆਂ ਨੂੰ ਵਹੀ ਕਰਦਾ ਹੈ, ਸਾਬਤ ਹੋਇਆ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ ਸਿਰਫ ਸ਼ੈਤਾਨ ਹੀ ਲੋਕਾਂ ਨੂੰ ਵਹੀ ਕਰੇਗਾ। ਤੇ ਆ ਜਿਹੜੇ ਸੱਚੇ ਵਲੀ ਤੁਸੀਂ ਮੰਨਦੇ ਫਿਰਦੇ ਹੋ ਇਹ ਕਿੱਥੋਂ ਆ ਗਏ ਨੇ? ਇਹ ਕੁਰਾਨ ਦੀ ਉਸ ਤਸ਼ਰੀਹ ਦੇ ਮੁਤਾਬਕ ਸਾਰਿਆਂ ਨੂੰ ਤੁਸੀਂ ਸ਼ੈਤਾਨੀ ਵਲੀ ਮੰਨ ਲਿਆ। ਇਬਨ ਅਰਬੀ ਨੂੰ ਸ਼ੈਤਾਨੀ ਵਲੀ ਮੰਨ ਲਿਆ ਜੇ। हजरत अली ते जे अल्लाह कलाम करता सी, गौसे आजम नाल जे अल्लाह कलाम करता सी, होर सैकड़े ऐसे मिसालां मैं तुहानूं दे सकना वा। तुहाडीआं तां किताबां भरीआं पईआं ने कि अल्लाह ताला उन्हां नूं इल्मे गैब दिंदा है, वही करके दिंदा ना। होर कोई तरीका ते नहीं अल्लाह ताला ने दस्सिआ। कुरान च अल्लाह ताला फरमांदा है कि अल्लाह ताला इंसान नाल सिर्फ 3 तरीकिਆਂ ਨਾਲ कलाम करदा है। ਜਿਹੜੇ ਵੀ ਤਰੀਕੇ ਨਾਲ ਉਹਨਾਂ ਨਾਲ अल्लाह ताला कलाम करके ਉਹਨਾਂ ਨਾਲ वही ਦਿੰਦਾ ਹੈ, ਤੁਸੀਂ ਮੰਨਦੇ ਹੋ ਕਿ ਦਿੰਦਾ ਹੈ, ਉਹ ਤੁਹਾਡੀ ਇਸ ਤਸ਼ਰੀਹ ਦੇ ਖਿਲਾਫ ਹੈ। ਜੇ ਤੁਹਾਡੀ ਤਸ਼ਰੀਹ ਮੰਨ ਲਈ ਜਾਏ ਤੇ ਉਹ ਸਾਰੇ ਸ਼ੈਤਾਨੀ ਵਲੀ ਨੇ ਤੇ ਸਭ ਸ਼ੈਤਾਨ ਦੇ ਭਰੇ ਹੋਏ ਵਲੀ ਲੈ ਕੇ ਤੇ ਤੁਸੀਂ ਇੱਥੋਂ ਅੱਜ ਬਰਾਰ ਤੋਂ ਉਤਰੋਗੇ। ਮੁਬਾਰਕ ਹੋਏ ਤੁਹਾਨੂੰ। ਤੇ ਛੱਡ ਦਿਓ ਗਲਤ ਅਕੀਦੇ ਜਿਨ੍ਹਾਂ ਦੇ ਦਿਫਾਅ ਵਿੱਚ ਸਾਰੇ ਵਲੀਆਂ ਨੂੰ ਸ਼ੈਤਾਨ ਕਹਿਣਾ ਪਏ, ਸ਼ੈਤਾਨ ਦੇ ਪੈਰੋਕਾਰ ਤੇ ਸ਼ੈਤਾਨੀ ਵਹੀਆਂ ਵਾਲੇ ਕਹਿਣਾ ਪਏ। ਇਹ ਅਕੀਦੇ ਜਿਨ੍ਹਾਂ ਤੱਕ ਰੱਖੋਗੇ ਇਹੋ ਹੀ ਤੁਹਾਡਾ ਹਾਲ ਹੋਣਾ ਕਿ ਤੁਸੀਂ ਸੱਚੇ ਵਲੀਆਂ ਨੂੰ ਵੀ ਸ਼ੈਤਾਨੀ ਵਲੀ ਮੰਨ ਕੇ ਉੱਠਣਾ। ਅੱਗੇ ਤੁਸੀਂ ਕਹਿੰਦੇ ਹੋ ਕਿ ਜੇ ਕਿਸੇ ਨੇ ਇਹ ਉਹੀ ਗੱਲ ਜਿਹੜੀ ਤੁਸੀਂ ਅੱਗੇ ਦੱਸੀ ਹੈ ਕਿ ਜੇ ਕਿਸੇ ਨਬੀ ਨੇ ਆਉਣਾ ਹੈ, ਕਿਸੇ ਨਬੀ ਨੂੰ ਹਕਮ ਮੰਨਣਾ ਜ਼ਰੂਰੀ ਹੈ, ਫਿਰ ਕੁਰਾਨ 'ਚ ਤਜ਼ਾਦ ਸਾਬਤ ਹੋ ਜਾਂਦਾ। ਬਿਲਕੁਲ ਗਲਤ ਗੱਲ ਹੈ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਖਬਰ ਦਿੱਤੀ ਹੈ ਕਿ ਨਬੀ ਆਏਗਾ, ਉਹਦੀ ਨਬੂਵਤ ਵੀ ਤੁਸੀਂ ਕਾਇਮ ਮੰਨਦੇ ਹੋ, ਜਾਰੀ ਮੰਨਦੇ ਹੋ, ਉਹਦੇ ਤੇ ਵਹੀ ਹੋਣਾ ਤੁਸੀਂ ਮੰਨਦੇ ਹੋ, ਉਹਨੂੰ ਹਕਮ ਹੋਣਾ ਵੀ ਤੁਸੀਂ ਮੰਨਦੇ ਹੋ, ਉਹਦੇ ਹੁਕਮ ਨੂੰ ਮੰਨਣਾ ਵੀ ਤੁਸੀਂ ਲਾਜ਼ਮੀ ਮੰਨਦੇ ਹੋ। ਇਹਦਾ ਮਤਲਬ ਹੈ ਜਾਂ ਤੇ ਤੁਸੀਂ ਮੰਨ ਲਓ ਕਿ ਤੁਸੀਂ ਕੁਰਾਨ 'ਚ ਤਜ਼ਾਦ ਹੀ ਮੰਨਦੇ ਹੋ, ਜੇ ਤੁਸੀਂ ਉਹ ਮਨਗੜਤ ਤਸ਼ਰੀਹ ਜਿਹੜੀ ਤੁਸੀਂ ਕੋਲੋਂ ਘੜ ਬੈਠੇ ਹੋ ਕਿਧਰੇ ਉਹਨੂੰ ਤੁਸੀਂ ਮੰਨ ਲਿਆ ਏ ਤੇ ਫਿਰ ਇਹਦੇ ਨਾਲ ਸਾਬਤ ਹੋਇਆ ਕਿ ਤੁਸੀਂ ਜਾਂ ਤੇ ਹਜ਼ਰਤ ਈਸਾ अलैहिस्सलाम ਦੇ ਉਸ ਅਕੀਦੇ ਨੂੰ ਗਲਤ ਮੰਨੋ ਜਾਂ ਆਪਣੇ ਅਕਾਬਰ ਜਿਹੜੇ ਤੁਹਾਡੇ ਔਲੀਆ ਨੇ ਉਹਨਾਂ ਦੇ ਬਾਰੇ 'ਚ ਗਲਤ ਮੰਨੋ ਕਿ ਉਹ ਜਨਾਬ ਸ਼ੈਤਾਨੀ ਵਹੀਆਂ ਉਹਨਾਂ ਤੇ ਹੁੰਦੀਆਂ ਹਨ। ਫਿਰ ਹਜ਼ਰਤ ਈਸਾ अलैहिस्सलाम ਨੂੰ ਹਕਮ ਅਦਲ ਕਿਉਂ ਕਿਹਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ? ਤੁਸੀਂ ਮੰਨਦੇ ਹੋ ਜੀ ਉਹ 40 ਸਾਲ ਖਲੀਫਾ ਰਹਿਣਗੇ, ਖਲੀਫਾ ਦੀ ਗੱਲ ਨਹੀਂ ਮੰਨਣੀ, ਉਹਦੀ ਗੱਲ ਮੰਨਣੀ ਜ਼ਰੂਰੀ ਨਹੀਂ। ਜੇ ਨਬੀ ਖਲੀਫਾ ਹੈ ਤੇ ਉਹਨੂੰ ਨਬੀ ਮੰਨਣਾ ਜ਼ਰੂਰੀ ਨਹੀਂ। ਸਾਰਾ ਕੁਝ ਜ਼ਰੂਰੀ ਹੈ। ਚੂੰਕਿ ਉਹ ਜ਼ਰੂਰੀ ਹੈ ਇਸ ਵਾਸਤੇ ਤੁਹਾਡਾ ਇਹ ਜਿਹੜਾ ਮਨਗੜਤ ਨਤੀਜਾ ਇਹਦੇ ਚੋਂ ਕੱਢਿਆ ਜੋ ਸਾਬਤ ਨਹੀਂ ਹੁੰਦਾ। ਤੁਸੀਂ ਕਹਿੰਦੇ ਹੋ ਜੀ ਮੈਂ ਤੁਹਾਡੇ ਦਾਅਵੇ ਦੇ ਗਲਤ ਹੋਣ ਦੀ ਕੋਈ ਵਜ੍ਹਾ ਨਹੀਂ ਦੱਸੀ, 100% ਵਜ੍ਹਾ ਤੁਹਾਨੂੰ ਦੱਸੀ ਹੈ। ਤੁਸੀਂ ਜਿਹੜਾ ਦਾਅਵਾ ਕੀਤਾ ਹੈ ਉਹ ਇਹ ਵੇ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ ਕਿਸੇ ਨੂੰ ਨਬੂਵਤ ਦਿੱਤੀ ਨਹੀਂ ਜਾਏਗੀ। ਮੈਂ ਤੁਹਾਨੂੰ ਕਿਹਾ ਸੀ ਵੀ ਦਿੱਤੀ ਜਾਣਾ ਦਾ ਕੀ ਅਰਬੀ ਹੁੰਦੀ ਹੈ, ਜ਼ਰਾ ਦੱਸੋ ਹਾਂ ਕਿ ਅਰਬੀ 'ਚ ਇਸ ਗੱਲ ਨੂੰ ਕਹੀਏ
ਨਬੂਵਤ ਨਹੀਂ ਦਿੱਤੀ ਜਾਏਗੀ। ਕੁਰਾਨ 'ਚ 2 ਜਗ੍ਹਾ ਤੇ 3 ਜਗ੍ਹਾ ਤੇ ਇਹਦਾ ਜ਼ਿਕਰ ਹੈ ਕਿ ਹਜ਼ਰਤ ਯੂਸਫ ਅਲੈਹਿਸਲਾਮ ਮਸਲਨ ਫੌਤ ਹੋਏ ਨੇ ਤੇ ਉਹ ਕਹਿੰਦੇ ਨੇ ਜੀ ਇਹਨਾਂ ਤੋਂ ਬਾਅਦ ਅੱਲਾਹ ਤਾਲਾ ਨਬੀ ਮਬੂਸ ਨਹੀਂ ਕਰੇਗਾ, ਔਰ ਫਾਜ਼ ਅਰਬੀ 'ਚ ਮੌਜੂਦ ਨੇ। ਔਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ 'ਚ ਜੇ ਇਹ ਕੰਮ ਹੋ ਗਿਆ ਸੀ ਜੋ ਅੱਲਾਹ ਤਾਲਾ ਕਹਿੰਦਾ ਯੂਸਫ ਦੇ ਬਾਅਦ ਯੂਸਫ ਅਲੈਹਿਸਲਾਮ ਨੂੰ ਮੰਨਣ ਵਾਲਿਆਂ ਨੇ ਕਿਹਾ, ਜਾਂ ਜਿਨ੍ਹਾਂ ਦੇ ਬਾਰੇ 'ਚ ਹੁੰਦਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਤੇ ਇਹ ਅਕੀਦਾ ਰੱਖ ਬੈਠੇ ਹਾਂ ਕਿ ਹੁਣ ਕਿਸੇ ਨਬੀ ਨੂੰ ਮਬੂਸ ਨਹੀਂ ਕੀਤਾ ਜਾਏਗਾ, ਅਲਫਾਜ਼ ਕੁਰਾਨ 'ਚ ਬਕਾਇਦਾ ਮੌਜੂਦ ਨੇ। ਜੇ ਅੱਲਾਹ ਤਾਲਾ ਉਹਨਾਂ ਦੇ ਇਸ ਮਨਗੜਤ ਖਤਮੇ ਨਬੂਵਤ ਅਕੀਦੇ ਦਾ ਰੱਦ ਕਰ ਰਿਹਾ ਹੈ ਤੇ ਜੇ ਵਾਕਈ ਕਿਧਰੇ ਖਤਮੇ ਨਬੂਵਤ ਉਂਝ ਦੀ ਹੋ ਗਈ ਹੈ ਜਿੰਜ ਦੀ ਤੁਸੀਂ ਹੁਣ ਸਾਨੂੰ ਪਏ ਮਨਾਉਣ ਦੀ ਝੂਠੀ ਮੁੱਠੀ ਦੀ ਕੋਸ਼ਿਸ਼ ਕਰਦੇ ਹੋ ਪਏ, ਤੇ ਅੱਲਾਹ ਤਾਲਾ ਨੇ ਉਹ ਅਲਫਾਜ਼ ਕਿੱਥੇ ਇਸਤੇਮਾਲ ਕੀਤੇ ਨੇ? ਤੇ ਉਹੀ ਤੇ ਮੌਕਾ ਸੀ ਕਿ ਪਹਿਲੀਆਂ ਕੌਮਾਂ ਤੇ ਵੇਖੋ ਇਹ ਕਹਿੰਦੀਆਂ ਰਹੀਆਂ ਨੇ ਕਿ ਖਤਮੇ ਨਬੂਵਤ ਹੋ ਗਈ ਹੈ, ਉਦੋਂ ਤਾਂ ਨਹੀਂ ਸੀ ਹੋਈ ਤੇ ਲੋ ਜੀ ਹੁਣ ਹੋ ਗਈ, ਤੇ ਹੁਣ ਇਹ ਅਲਫਾਜ਼ ਮੈਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ 'ਚ ਇਸਤੇਮਾਲ ਕਰਨਾ ਕਿਧਰੇ ਵੀ ਨਹੀਂ ਅੱਲਾਹ ਤਾਲਾ ਨੇ ਇਸਤੇਮਾਲ ਕੀਤੇ। ਇਹੋ ਹੀ ਤੁਹਾਡੇ ਕੋਲ ਜਮਾ ਨਫੀ ਕਰਕੇ ਧੱਕੇ ਨਾਲ ਆਪਣਾ ਅਕੀਦਾ ਕੁਰਾਨ 'ਚ ਤੁੰਨਣ ਦੀ ਤੁਸੀਂ ਕੋਸ਼ਿਸ਼ ਕਰਨੀ ਹੈ, ਉਹ ਵੀ ਨਾਕਾਮ ਹੈ। ਤੁਸੀਂ ਮੈਨੂੰ ਕਹਿੰਦੇ ਹੋ ਕਿ ਜੀ ਕੁਰਾਨ ਤੋਂ ਛੱਡ ਕੇ ਤੇ ਅਹਿਮਦ ਰਜ਼ਾ ਬਰੇਲਵੀ ਵੱਲ ਕਿਉਂ ਗਿਆ? ਉਹ ਭਈ ਇਸ ਵਾਸਤੇ ਗਿਆ ਵਾਂ ਕਿ ਤੁਸੀਂ ਮੇਰੇ ਸਾਹਮਣੇ ਇਹ ਮੁਸਲਮਾਨ पे पेश करते हो, भई हाँ मैं मुसलमान ये मानते हैं, ਤੇ ਬਈ ਮੁਸਲਮਾਨ ਜਦੋਂ ਮੇਰੇ ਸਾਹਮਣੇ ਪੇਸ਼ ਕਰੋਗੇ ਤੇ ਮੈਂ ਤੁਹਾਨੂੰ ਉਹਨਾਂ ਦੀ ਤਾਰੀਖ ਨਹੀਂ ਹਿਸਟਰੀ ਨਹੀਂ ਕੱਢ ਕੇ ਪੜਾਣੀ ਕਿ ਜਿਹੜੇ ਮੁਸਲਮਾਨ ਮੈਨੂੰ ਬਾ ਪੇਸ਼ ਕਰਦੇ ਹੋ ਇੱਕ ਦੂਜੇ ਦੇ ਕੁਫਰ ਦੇ ਫਤਵੇ ਲਾਉਂਦੇ ਫਿਰਦੇ ਨੇ, ਇੱਕ ਦੂਸਰੇ ਨੂੰ ਖਤਮੇ ਨਬੂਵਤ ਦਾ ਮੁਨਕਰ ਕਹਿੰਦੇ ਨੇ। ਦਿਓਬੰਦੀ, ਵਾਬੀ, ਸ਼ੀਆ, ਬਰੇਲਵੀ, ਜੇਲਮੀ, ਗਾਮਦੀ, ਇਹ ਸਾਰੇ ਇੱਕ ਦੂਸਰੇ ਨੂੰ ਖਤਮੇ ਨਬੂਵਤ ਦਾ ਮੁਨਕਰ ਕਹਿੰਦੇ ਨੇ। ਆਇੰਦਾ ਤੋਂ ਬਾਅਦ ਮੇਰੇ ਸਾਹਮਣੇ ਕਿਸੇ ਮੁਸਲਮਾਨ ਦਾ ਨਾਂ ਨਹੀਂ ਲੈਣਾ, ਜੇ ਨਾਂ ਲਵੋਗੇ ਤੁਹਾਨੂੰ ਤਸ਼ਰੀਹ ਸੁਣਨੀ ਪੈਣੀ ਹੈ, ਫਿਰ ਮੈਨੂੰ ਨਾ ਕਿਹਾ ਜੇ ਵੀ ਅਹਿਮਦ ਰਜ਼ਾ ਬਰੇਲਵੀ ਦੀਆਂ ਮਿਸਾਲਾਂ ਕਿਉਂ ਦੇਣਾ, ਠੀਕ ਹੈ ਜੀ। ਉਹ ਮੈਂ ਕੁਰਾਨ ਨੂੰ ਮੈਂ ਛੱਡ ਕੇ ਨਹੀਂ ਗਿਆ, ਤੁਸੀਂ ਛੱਡਿਆ। ਮੈਂ ਤੇ ਤੁਹਾਨੂੰ 10 ਵਾਰੀ ਇੱਕ ਮਿਸਾਲ ਦਿੱਤੀ ਏ, ਦੁਬਾਰਾ ਮੈਂ ਦੇ ਦਿੰਦਾ ਵਾਂ ਕਿ ਤੁਸੀਂ ਉੱਤੇ ਚੜੇ ਹੋ। ਤੁਸੀਂ ਸਭ ਤੋਂ ਪਹਿਲਾਂ ਪੁੱਛਿਆ ਜੀ ਇਹ ਸਲੀਮ ਮੀਰ ਸਾਹਿਬ ਕੀ ਪੈ ਗੱਲ ਕਰਦੇ ਹਾਂ, ਦੱਸੋ ਹਾਂ ਮੈਂ ਵੀ ਉਹ ਗੱਲ ਕਰਨੀ। ਉਹ ਕੀ ਸੀ ਗੱਲ? ਉਹ ਇਹ ਸੀ ਕਿ ਖਾਤਮ ਨਬੀਨ ਦੀ ਤਸ਼ਰੀਹ ਮੈਂ ਪਿਆ ਕਰਨਾ ਹਾਂ। ਤੁਸੀਂ ਕਹਿੰਦੇ ਮੈਨੂੰ ਸੁਣਾਓ ਜੀ ਉਹ ਤਸ਼ਰੀਹ। ਮੈਂ ਥੋੜੀ ਦੇਰ ਸੌਂਦਾ ਰਿਹਾ ਵਾਂ, ਫਿਰ ਮੈਂ ਜਦੋਂ ਆਇਆ ਵਾਂ ਤੇ ਇਹੋ ਹੀ ਸਵਾਲ ਮੈਂ ਤੁਹਾਨੂੰ ਕੀਤਾ ਕਿ ਹਾਂਜੀ ਤੁਸੀਂ ਕਿਹਾ ਹੈ ਕਿ ਖਾਤਮ ਨਬੀਨ ਦੇ ਵਿੱਚ ਖਾਤਮ ਦਾ ਮਾਣਾ ਮੈਂ ਮੋਹਰ ਨਹੀਂ ਮੰਨਦਾ, ਮੈਂ ਮੰਨਦਾ ਦਾ ਮਾਣਾ ਨਬੀਆਂ ਨੂੰ ਖਤਮ ਕਰਨ ਵਾਲਾ। ਕਿਹਾ ਜੇ ਕਿ ਨਹੀਂ ਜੇ ਕਿਹਾ? ਮੈਂ ਸਵਾਲ ਕੀਤਾ ਦੱਸੋ ਕਿੰਜ ਖਾਤਮ ਦਾ ਮਾਣਾ ਮੋਹਰ ਨਹੀਂ ਹੈ, ਕੋਈ ਦਲੀਲ ਪੇਸ਼ ਕਰੋ। ਤੇ ਤੁਸੀਂ ਕੀ ਦੇ ਦਿੱਤੀ ਹੈ? ਜਵਾਬ ਉਹਦਾ ਦੇ ਦਿੱਤਾ ਜੇ। ਤੁਸੀਂ ਚੁੱਪ ਕਰਕੇ ਪਤਲੀ ਗਲੀ 'ਚ ਪਏ ਹੋ ਕਿ ਨਹੀਂ ਜਨਾਬ ਇਹਨੂੰ ਛੱਡੋ, ਇਹ ਤੇ ਗੱਲਾਂ ਹੁੰਦੀਆਂ ਰਹਿਣੀਆਂ ਨੇ, ਚਲੋ ਉਧਰ ਚੱਲਨੇ ਆ ਭਲਾ ਬੇਲੇ ਵੱਲ ਨੂੰ। ਤੇ ਜਦੋਂ ਬੇਲੇ 'ਚ ਫੜੇ ਗਏ ਹੋ ਤਾਂ ਵਾਪਸ ਕੁਰਾਨ ਨਾਲ ਨਸੇ ਹੋ ਕਿ ਜਨਾਬ ਮੈਨੂੰ ਕੁਰਾਨ ਤੋਂ ਕੋਈ ਗੱਲ ਦੱਸੋ, ਤੇ ਮੈਨੂੰ ਕਹਿਣ ਦੇ ਹੋ ਕਿ ਮੈਂ ਨਸ ਗਿਆ ਸਾਂ ਉੱਥੋਂ। ਮੈਂ ਤੇ ਤੁਹਾਡੇ ਨਾਲ ਹੁਣ ਵੀ ਕਹਿਣਾ ਵਾ ਕਿ ਕਿਹੜਾ ਡਰ ਤੁਹਾਨੂੰ ਲੱਗ ਗਿਆ ਸੀ ਕਿ ਤੁਸੀਂ ਖਾਤਮ ਨਬੀਨ ਵਾਲੀ ਆਇਤ ਛੱਡ ਕੇ ਸੂਰਤ ਨਿਸਾ 'ਚ ਜਾ ਪਹੁੰਚੇ ਹੋ? ਉਹਦਾ ਤੁਸੀਂ ਜਵਾਬ ਨੂੰ ਮੇਰਾ ਜੀ ਦਿਲ ਕਰਦਾ ਮੈਂ ਜਿੱਥੋਂ ਮਰਜ਼ੀ ਪਿਆ ਜਵਾਬ ਦੇਵਾਂ, ਪਰ ਜਿੱਥੋਂ ਮਰਜ਼ੀ ਦਵੋ ਉਹਦੇ ਤੋਂ ਕਾਹਦਾ ਡਰ ਲੱਗਣ ਡਿਆ ਸੀ ਤੁਹਾਨੂੰ, ਜਿਹਦੀ ਵਜ੍ਹਾ ਤੁਸੀਂ ਸਟੇਜ ਤੇ ਚੜੇ ਸੋ, ਜਿਹੜਾ ਮੈਂ ਤੁਹਾਨੂੰ ਸਵਾਲ ਕੀਤਾ ਸੀ ਤੇ ਤੁਸੀਂ ਆਪਣਾ ਸਾਈਡ ਵੱਲ ਨੂੰ ਨਿਕਲ ਗਏ ਹੋ। ਅੱਛਾ ਤੁਸੀਂ ਮੈਨੂੰ ਕਹਿੰਦੇ ਹੋ ਜੀ ਮੈਂ ਕੁਰਾਨ ਦੀਆਂ ਆਇਤਾਂ ਕਿਉਂ ਨਹੀਂ ਪਿਆ ਪੇਸ਼ ਕਰਦਾ? ਭਈ ਤੁਸੀਂ ਆਪਣੀ ਕੋਈ ਦਲੀਲ ਕਾਇਮ ਕਰੋ ਤੇ ਮੈਂ ਕੁਰਾਨ ਦੀ ਆਇਤਾਂ ਪੇਸ਼ ਕਰ ਦਿਆਂਗਾ। ਜਿਹੜੀ ਚੀਜ਼ ਜਾਰੀ ਹੁੰਦੀ ਹੈ ਉਹ ਜਾਰੀ ਰਹਿੰਦੀ ਹੈ ਜਿੰਨਾ ਤੱਕ ਉਹਦੇ ਬੰਦ ਹੋਣ ਦੀ ਦਲੀਲ ਨਾ ਹੋਏ। ਤੁਸੀਂ ਬੰਦ ਹੋਣ ਦਾ ਦਾਵਾ ਕਰਦੇ ਹੋ ਵੀ ਜਿਹੜੀ ਚੀਜ਼ ਦਾ ਜਿਹੜੀ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ ਕਿਸੇ ਨੂੰ ਨਬੂਵਤ ਦਿੱਤੀ ਨਹੀਂ ਜਾਏਗੀ, ਉਹਦੀ ਦਲੀਲ ਪੇਸ਼ ਕਰੋ ਤੇ ਉਹ ਸਾਬਤ ਹੋ ਜਾਏਗਾ। ਨਾ ਪੇਸ਼ ਕਰੋ ਤੇ ਉਹ ਅਕੀਦਾ ਝੂਠਾ ਹੈ, ਗੱਲ ਖਤਮ ਹੋ ਗਈ। ਤੇ ਜਿਹੜਾ ਮੁੱਦਾ ਹੀ ਹੁੰਦਾ ਨਾ ਉਹਦੇ ਜ਼ਿੰਮੇ ਦਲੀਲ ਪੇਸ਼ ਕਰਨਾ, ਜਿਹੜਾ ਸਾਇਲ ਹੈ ਨਾ ਉਹਦੇ ਜ਼ਿੰਮੇ ਦਲੀਲ ਪੇਸ਼ ਕਰਨਾ ਨਹੀਂ ਹੈ। ਕਿਧਰੇ ਲਿਖਿਆ ਤੇ ਵਹਾ ਦਿਓ, ਕਿੱਥੇ ਪੜ੍ਹਦੇ ਰਹੇ ਹੋ? ਮੈਂ ਜਿੱਥੋਂ ਚਾਹਾਂ ਜੀ ਦਲੀਲ ਪੇਸ਼ ਕਰਾਂ, ਭਾਈ ਜਿੱਥੋਂ ਮਰਜ਼ੀ ਪੇਸ਼ ਕਰੋ, ਮੈਂ ਤੁਹਾਡੇ ਤੋਂ ਕੋਈ ਪਾਬੰਦੀ ਲਾਈ ਹੈ। ਲੇਕਿਨ ਮੈਂ ਤੇ ਤੁਹਾਡੇ ਤੇ ਇਸ ਵਾਸਤੇ ਸਵਾਲ ਕੀਤਾ ਕਿ ਗੱਲ ਹੀ ਖਾਤਮ ਨਬੀਨ ਤੋਂ ਸ਼ੁਰੂ ਹੋਈ ਸੀ, ਖਾਤਮ ਨਬੀਨ ਵਾਲੀ ਆਇਤ ਤੋਂ ਸ਼ੁਰੂ ਹੋਈ ਸੀ। ਕਾਹਦਾ ਤੁਹਾਨੂੰ ਡਰ ਲੱਗਿਆ ਉੱਥੋਂ ਕਿ ਬੜੇ ਤੁਸੀਂ ਆਏ ਹੋ ਕਿ ਜਨਾਬ ਮੈਨੂੰ ਦੱਸੋ ਜੀ ਖਾਤਮ ਨਬੀਨ, ਮੈਂ ਕਰਨਾ ਜਨਾਬ ਇਹਦੀ ਤਸ਼ਰੀਹ। ਤੇ ਜਦੋਂ ਤੁਹਾਨੂੰ ਪੁੱਛਿਆ ਤੁਹਾਨੂੰ ਛੱਡ ਕੇ ਖੱਬੇ ਸੱਜੇ ਹੋ ਗਏ ਹੋ। ਮੈਂ ਤੇ ਇੰਨਾ ਸਵਾਲ ਕੀਤਾ, ਠੀਕ ਹੈ ਜੀ। ਫਿਰ ਤੁਸੀਂ ਕਹਿੰਦੇ ਹੋ ਜੀ ਇਨਕਾਤਾਤ ਵਾਲੀ ਹਦੀਸ ਦਾ ਕੋਈ ਜਵਾਬ ਨਹੀਂ ਦਿੱਤਾ। ਭਾਈ ਹਦੀਸ ਪਹਿਲਾਂ ਜਾਂ ਕੁਰਾਨ ਪਹਿਲਾਂ? ਜਦੋਂ ਤੁਸੀਂ ਕੁਰਾਨ ਵਾਲੀ ਆਇਤ ਜਿਹੜੀ ਪੇਸ਼ ਕੀਤੀ ਹੈ ਉਹਦੇ ਤੇ ਗੱਲ ਪੂਰੀ ਹੋ ਜਾਏਗੀ ਤੇ ਹਦੀਸ ਵੀ ਵੇਖ ਲਾਂਗੇ ਹਦੀਸ ਕੀ ਕਹਿੰਦੀ ਹੈ। ਕੁਰਾਨ ਵਾਲੀ ਜਿਹੜੀ ਤੁਸੀਂ ਆਇਤ ਪੇਸ਼ ਕੀਤੀ ਉਹਦਾ ਮਨਗੜਤ ਜਿਹੜਾ ਤੁਸੀਂ ਤਰਜਮਾ ਤੇ ਤਸ਼ਰੀਹ ਪੇਸ਼ ਕੀਤਾ ਉਹਦੀ ਕੋਈ ਹਦੀਸ ਪੇਸ਼ ਕਰੋ ਕਿ ਵੀ ਇਹ ਹਦੀਸ ਦੇ ਵਿੱਚ ਅੱਲਾਹ ਦੇ ਰਸੂਲ ਨੇ ਇਹ ਆਇਤ ਦੀ ਤਸ਼ਰੀਹ ਕੀਤੀ ਜੇ ਵੇਖ ਲਓ ਲਿਖਿਆ ਹੈ ਕਿ ਮੇਰੇ ਤੋਂ ਬਾਅਦ ਕਿਸੇ ਨੂੰ ਨਬੂਵਤ ਨਹੀਂ ਦਿੱਤੀ ਜਾਏਗੀ। ਇਹ ਸੂਰਤ ਨਿਸਾ ਦੀ ਆਇਤ ਨੰਬਰ 60 ਦਾ ਮਤਲਬ ਹੈ। ਕੋਈ ਪੇਸ਼ ਕੀਤੀ ਹੈ ਤੁਸੀਂ ਹਦੀਸ? ਜੇ ਉਹ ਪੇਸ਼ ਕੀਤੀ ਹੁੰਦੀ ਤੇ ਉਹਦਾ ਮੈਂ ਤੁਹਾਨੂੰ ਜਵਾਬ ਦੇ ਦਿੰਦਾ। ਉਹ ਹਦੀਸ ਇੱਧਰ ਨੂੰ ਜਾਣ ਰਹੀ ਹੈ, ਕੁਰਾਨ ਦੀ ਆਇਤ ਉੱਧਰ ਨੂੰ ਜਾਣ ਰਹੀ ਹੈ, ਤੇ ਮੈਂ ਵੀ ਕੁਰਾਨ ਦੀ ਆਇਤ ਛੱਡ ਕੇ ਤੇ ਹਦੀਸ ਦੇ ਮਗਰ ਲਗਾ ਫਿਰਾਂ। ਚਰੀਆ ਸਮਝਿਆ ਜੇ ਮੈਨੂੰ? ਜਦੋਂ ਕੁਰਾਨ ਦੀ ਆਇਤ ਨੂੰ ਤੁਸੀਂ ਸਾਬਤ ਕਰ ਲੋਗੇ ਤੇ ਹਦੀਸ ਦੀ ਜ਼ਰੂਰਤ ਹੀ ਨਹੀਂ ਰਹਿਣੀ। ਜਿਹੜੀ ਗੱਲ ਕੁਰਾਨ ਚੋਂ ਸਾਬਤ ਹੋ ਜਾਏ ਉਹਦੇ ਵਾਸਤੇ ਕਿਹੜੀ ਹਦੀਸ ਦੀ ਲੋੜ ਹੈ? ਤੇ ਜੇ ਕੁਰਾਨ ਚੋਂ ਨਹੀਂ ਸਾਬਤ ਹੁੰਦਾ ਤੇ ਦਾਵਾ ਕਰੋ ਵੀ ਕੁਰਾਨ ਚੋਂ ਮੈਂ ਨਹੀਂ ਸਾਬਤ ਕਰ ਸਕਦਾ, ਕੁਰਾਨ ਚ ਕਿਧਰੇ ਮੇਰੀ ਦਾਅਵੇ ਦੀ ਦਲੀਲ ਮੌਜੂਦ ਨਹੀਂ, ਆਹ ਹਦੀਸਾਂ ਹੈ ਜੇ ਉਹ ਲੈ ਲਓ, ਤੇ ਫਿਰ ਮੈਂ ਉਹਦੇ ਤੇ ਗੌਰ ਕਰ ਲੈਣਾ। ਸਮਝਿਓ ਕਿਉਂ ਨਹੀਂ ਮੈਂ ਉਹਦਾ ਜਵਾਬ ਦਿੱਤਾ? ਹੁਣ ਤੁਸੀਂ ਕਹਿੰਦੇ ਹੋ ਅਹਿਮਦ ਰਜ਼ਾ ਬਰੇਲਵੀ ਜਿਹੜਾ ਹੈ ਉਹਨੂੰ ਪੇਸ਼ ਕਰਨਾ ਜਾਂ ਦੂਸਰੇ ਕਿਸੇ ਨੂੰ ਪੇਸ਼ ਕਰਨਾ ਇਹ ਸ਼ੈਤਾਨ ਦੇ ਪਿੱਛੇ ਜਾਣਾ। ਤੇ ਭਈ ਇਹ ਇਮਾਮ ਅਹਿਲੇ ਸੁਨਨਤ ਕਦ ਲਈ ਮੰਨਿਆ ਜੇ, ਉਹਨੂੰ ਮੁਜੱਦਦ ਦੀਨੋ ਮਿਲਤ ਕਦ ਲਈ ਮੰਨਿਆ ਜੇ? ਸਾਡੇ ਸਾਹਮਣੇ ਪੇਸ਼ ਕਿਉਂ ਕਰਦੇ ਹੋ ਕਿ ਜੀ ਇਹ ਫਲਾਣੇ ਲਾਮਾ ਸਾਹਿਬ ਨੇ ਜਨਾਬ ਸਾਡੇ, ਤੇ ਇਹਨਾਂ ਦੀ ਗੱਲ ਮੰਨ ਲਓ। ਉਹ ਤੁਸੀਂ ਕੁਰਾਨ ਨੂੰ ਛੱਡ ਕੇ ਹੀ ਉਹਨਾਂ ਦੇ ਪਿੱਛੇ ਲੱਗੇ ਹੋ। ਜਿੰਨੇ ਕੰਮ ਤੁਸੀਂ ਅਹਿਮਦੀ ਮੁਸਲਮਾਨਾਂ ਦੇ ਖਿਲਾਫ ਕਰਦੇ ਫਿਰਦੇ ਹੋ ਕੁਰਾਨ 'ਚ ਤੇ ਕੋਈ ਹੁਕਮ ਨਹੀਂ ਉਹਨਾਂ ਦਾ।
ਇਹਨਾਂ ਨਾਮ ਨਿਹਾਦ ਉਲਮਾ ਦੇ ਪਿੱਛੇ ਲੱਗ ਕੇ ਤੁਸੀਂ ਕੁਰਾਨ ਨੂੰ ਛੱਡ ਕੇ ਤੇ ਉਹਨਾਂ ਦੇ ਪਿੱਛੇ ਲੱਗਣ ਦੀ ਵਜ੍ਹਾ ਤੋਂ ਤੇ ਇਹ ਅਸ਼ਰ ਸਾਡਾ ਹੋਇਆ ਮੁਸਲਮਾਨ ਕਹਿਲਾਣ ਵਾਲਿਆਂ ਦਾ। ਜੇ ਤੁਸੀਂ ਕੁਰਾਨ ਨਾਲ ਰਹੋ ਤੇ ਕੁਰਾਨ ਤੇ ਕਿਧਰੇ ਝੂਠ ਨੂੰ ਆਪਣੇ ਅੰਦਰ ਵੜਨ ਹੀ ਨਹੀਂ ਦਿੰਦਾ। ਕੁਰਾਨ ਤੇ ਦਾਵਾ ਕਰਦਾ ਮੇਰੇ 'ਚ ਝੂਠ ਨਾ ਸੱਜਿਓਂ ਵੜ ਸਕਦਾ, ਨਾ ਖੱਬਿਓਂ ਨਾ ਉੱਤਿਓਂ ਨਾ ਥੱਲਿਓਂ। ਕੁਰਾਨ ਝੂਠ ਨੂੰ ਧੱਕੇ ਮਾਰਦਾ। ਕੁਰਾਨ ਸੱਚ ਹੈ, ਸੱਚ 'ਚ ਝੂਠ ਨਹੀਂ ਵਾੜਿਆ ਜਾ ਸਕਦਾ ਜਿਸ ਤਰ੍ਹਾਂ ਤੁਸੀਂ ਵਾੜਨ ਦੀ ਨਾਕਾਮ ਕੋਸ਼ਿਸ਼ ਕਰਦੇ ਹੋ ਪਏ। ਤੇ ਹੁਣ ਜਨਾਬ ਮੈਂ ਤੁਹਾਨੂੰ ਤਰਤੀਬ ਦੱਸ ਛੜੀਏ ਅੱਗੋਂ, ਜਿਸ ਤਰ੍ਹਾਂ ਤੁਸੀਂ ਕਲਾਮ ਕਰਨਾ ਚਾਹੋ ਕਰ ਲਓ। ਸਭ ਤੋਂ ਪਹਿਲਾਂ ਇਹਦੇ ਤੇ ਮੈਨੂੰ ਦੱਸ ਦਿਓ ਕਿ ਤੁਸੀਂ ਜਿਹੜਾ ਦਾਵਾ ਕੀਤਾ ਹੈ ਕਿ ਵੀ ਹਜ਼ਰਤ ਈਸਾ ਦੇ ਬਾਰੇ 'ਚ ਕੋਈ ਇੱਕ ਵੀ ਐਸੀ ਗੱਲ ਮੰਨਣਾ ਜਿਹੜੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਦੱਸੀ ਹੈ ਗੁੰਮਰਾਹੀ ਹੈ। ਤੇ ਕੁਰਾਨ ਦੀ ਇਹ ਆਇਤ ਜਿਹੜੀ ਹੈ ਸੂਰਤ ਅਨ-ਨਿਸਾ ਆਇਤ ਨੰਬਰ 60, ਇਹਦੇ 'ਚ ਜਿਹੜਾ ਤੁਸੀਂ ਮਨਗੜਤ ਮਾਣਾ ਵਾੜਨ ਦੀ ਵਿੱਚ ਕੋਸ਼ਿਸ਼ ਕੀਤੀ ਹੈ ਜਨਾਬ, ਇਹਦਾ ਮਤਲਬ ਹੈ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਬਾਅਦ ਕੋਈ ਨਬੀ ਜਿਹੜਾ ਨਾ ਉਹਨੂੰ ਨਬੂਵਤ ਨਹੀਂ ਮਿਲੇਗੀ। ਇਹ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਕਿੱਥੇ ਬਿਆਨ ਕੀਤਾ ਹੈ? ਬਿਆਨ ਕਰੋ, ਨਹੀਂ ਤੇ ਮੰਨੋ ਕਿ ਤੁਸੀਂ ਗੁੰਮਰਾਹੀ ਫੈਲਾ ਰਹੇ ਹੋ ਕਿ ਕੁਰਾਨ ਨੂੰ ਛੱਡ ਕੇ ਤੇ ਅਸੀਂ ਡਾਕਟਰ ਡੇਰਿੰਗ ਸਾਹਿਬ ਦੇ ਮਗਰ ਲੱਗ ਜਾਈਏ ਹੁਣ। ਹਾਂਜੀ ਕਰੋ ਗੱਲ। तक भाई फिर उसके तहत कितने नबी आए, कौन कौन से? आपने कहा जी एक इब्ने अरबी जो है उन्होंने भी नबूवत का दावा किया। मैंने आपसे पूछा था और आपने कहा जी उन्होंने ये दावा किया है कि जी मुझे नबी पाक सल्लल्लाहु अलैहि वसल्लम की शरीयत नबूवत का। आप कहते हैं जी कि आप इब्ने अरबी को बुजुर्ग मानते हैं, क्योंकि हमारे नज़दीक तो उन्होंने कोई दावा नहीं किया, कोई नबूवत का दावा नहीं किया, और उन्होंने अगर कोई दीन की खिदमत की है तो बिल्कुल ठीक है, फिर हम उनको बुजुर्ग मानते हैं। अगर मिर्ज़ा गुलाम अहमद कादियानी साहब आपके जो हैं वो अगर नबूवत का दावा ना करते और दीन की कोई खिदमत करते तो हम में मुझे बताइएगा कि भाई मिर्ज़ा साहब को क्यों शामिल नहीं कर रहा है, मसला क्या पेश हो रहा है आपको। अगली बात है, जितनी भी आपने पूछी हज़रत ईसा अलैहिस्सलातु वस्सलाम पे काफ़ी इस पे ज़ोर आपने लगाया और बड़े लंबी चौड़ी कि देखें जी वो 40 साल तक आएंगे तो क्या रहेंगे, तो क्या 40 साल तक उन पर कोई वही नहीं आएगी। ईसाइयों के बारे में है जी कि वो ईसाई भी उन पर ईमान लाएंगे, तो वो कैसे ईमान लेके आएंगे, क्योंकि हज़रत ईसा अलैहिस्सलाम पर ईमान लाना ज़रूरी है। फिर आपने कहा जी उनको हकम आप भी मानते हैं, तो आप कैसे इधर से तो कुरान पाक से आप कह रहे हैं कि जी बाद में किसी को हकम नहीं मानना, उधर हज़रत ईसा अलैहिस्सलाम को हकम मान रहे हैं। ये हज़रत ईसा अलैहिस्सलातु वस्सलाम के बारे में जितने भी आपने सवालात किए हैं इनका जवाब तो मैं पहले दे चुका था, लेकिन आपने गौर नहीं किया। ये जितने भी आपके सवालात हैं मैंने पहले भी आपको बताया कि हज़रत ईसा अलैहिस्सलातु वस्सलाम का आना, उन पर जो वही नाज़िल होनी है जिसका जिक्र अहादीस में मौजूद है, उन पर जो ईमान लाना है लोगों ने, सब कुछ उन्ज़िला इलैका में शामिल है। सलीम मीर साहब दोबारा गौर से सुन लें, हज़रत ईसा अलैहिस्सलातु वस्सलाम के जो जो मामलात हैं सारे के सारे उन्ज़िला इलैका यानी जो नबी पाक सल्लल्लाहु अलैहि वसल्लम पर नाज़िल हुआ उसमें ऑलरेडी शामिल हैं। मसला यहाँ पे है कि जो नबी पाक सल्लल्लाहु अलैहि वसल्लम पर नाज़िल हुआ उसके अलावा जो इधर उधर जाएगा वो शैतान की पैरवी करता है। हज़रत ईसा अलैहिस्सलातु वस्सलाम ने आना है, किसने फरमाया? नबी पाक सल्लल्लाहु अलैहि वसल्लम ने बयान फरमाया। अगर कोई 40 साल की रिवायत मिलती है तो वो किसने फरमाई? नबी पाक सल्लल्लाहु अलैहि वसल्लम ने फरमाई। उन पर ईमान लाना है सब ईसाइयों ने, किसने फरमाया? अल्लाह ने कुरान में फरमाया है। इसी तरह जो जो मामला हज़रत ईसा अलैहिस्सलातु वस्सलाम के बारे में हैं, या तो कोई एक मामला आप पेश करें कि भाई ये हज़रत ईसा अलैहिस्सलातु वस्सलाम के बारे में मुसलमानों का अकीदा है और वो इसकी कोई दलील कोई नहीं है उनके पास, ये तो कुरान हदीस में कहीं बयान ही नहीं हुआ। मैं तो पहले कह चुका हूं, जो एक शोशा भी इधर उधर मानेगा वो उसका खुद जिम्मेदार है, वो गुमराह है। हज़रत ईसा अलैहिस्सलातु वस्सलाम के जितने मामलात हैं, ईमान लाना, वही होना, उनको मानना, 40 साल तक रहना, सारा कुछ उन्ज़िला इलैका में शामिल है, क्योंकि नबी पाक सल्लल्लाहु अलैहि वसल्लम ने बताया है या अल्लाह ताला ने कुरान पाक में बताया है। आगे चलते हैं जी। आपने कहा जी कि हज़रत यूसुफ अलैहिस्सलातु वस्सलाम की कौम भी ऐसा कहती थी
کہ جناب کوئی نبی نہیں آئے گا، تو جو چیز ایک بار جاری ہو وہ تب تک بند نہیں ہوتی جب تک اس کی کوئی دلیل نہ مل جائے۔ دلیل میں نے آپ کو دے دی ہے، آپ بار بار کہتے ہیں، لگتا ہے آپ کو قرآن پاک کی یہ آیت پسند ہی نہیں آئی، بار بار کہتے ہیں کہ آپ وہ آیت کیوں نہیں پیش کر رہے؟ او بھائی میں جہاں سے مرضی کروں، یہ قرآن نہیں ہے؟ یا تو آپ کہہ دیں کہ یہ اللہ کا کلام نہیں ہے، یہ قرآن نہیں ہے، بس وہ ایک آیت ہے قرآن پاک میں نے اسی پہ دلیل دے، پھر میں نے اسی سے جواب دینا ہے، اور کسی آیت کا میرے پاس کوئی جواب نہیں ہے، جواب آپ کے پاس ہے کوئی نہیں۔ اللہ تعالیٰ فرماتا ہے کہ جو اس کے علاوہ کی پیروی کرتا ہے وہ شیطان کی پیروی کرتا ہے، اور آپ کہتے ہیں نہیں مجھے وہ دوسری والی آیت پیش کریں۔ اور بھائی پہلے اس کا تو جواب دے دیں۔ پھر میں نے آپ سے مطالبہ کیا تھا کہ جناب اپنے دعوے کی دلیل میں کوئی دلیل پیش کریں، اس کے آپ کے دلیل کے طور پہ کوئی قرآن کی آیت پیش کریں، کوئی حدیث شریف پیش کریں۔ وہ کیا پیش کیا آپ نے؟ صم بکم عمی فہم لا یرجعون۔ بس آپ کی جو اس میں یہ خرابی ہے وہ خرابی ہے۔ حضرت یوسف علیہ السلام کے بارے میں اگر ان کی قوم کہتی تھی تو وہ پہلی باتیں گزر گئی ہیں، ہم نے اس پر عمل کرنا ہے جو نبی پاک صلی اللہ علیہ وسلم پر نازل ہوا ہے، اس پر ہم نے پہلے تو اور بھی بہت سی باتیں تھی، سجدہ تعظیمی جو ہے اس کی بھی اجازت تھی، تو پھر یہ بھی کہہ دیں گے آپ کہ دیکھیں جی پہلے وہ اجازت تھی تو اب کیوں منع ہو گئی؟ بھائی جو نبی پاک صلی اللہ علیہ وسلم پر اللہ تعالیٰ نے احکامات نازل کیے اس کے مطابق اب ہم نے ایمان لانا ہے۔ اب اس طرح تو آپ کے مرزا صاحب بھی کہتے ہیں میرے بعد کوئی نہیں ہے، پھر ان کا کیا کرنا ہے آپ نے؟ پھر ابھی اجراء نبوت کہاں جائے گی؟ تو آپ برائے مہربانی میں نے جو سوالات اٹھائے ہیں ان کا مجھے آپ نے جواب دینا ہے، اور وہ اس کا ثبوت آپ نے ضرور پیش کرنا ہے جو ابن عربی علیہ الرحمہ کی طرف آپ نے بات منسوب کی ہے۔ آخری بات آپ کی، آپ نے کہا جی حدیث شریف آپ نے پیش کر دی ہے، تو بھائی حدیث پہلے ہے یا قرآن پہلے ہے؟ کہاں نبی پاک صلی اللہ علیہ وسلم نے تشریف فرمائی ہے؟ اور بھائی میں نے کیا، اور میں نے کوئی الف اللہ تھوڑی پڑھی تھی۔ اللہ تعالیٰ قرآن پاک میں فرماتا ہے کہ انزل الیک اور انزل من قبلک کے علاوہ کہیں کسی پر ایمان لانا یہ شیطان کی پیروی کرنا، کہیں اور جانا شیطان کی پیروی کرنا۔ اور نبی پاک صلی اللہ علیہ وسلم نے، چونکہ ہماری بات ہو رہی ہے نبوت پہ، اور نبی پاک صلی اللہ علیہ وسلم بھی فرماتے ہیں، ان کی حدیث شریف ہے ان الرسالۃ والنبوۃ قد انقطعت، اور یہ تشریح نہیں ہے تو اور کیا ہے؟ وہی تشریح میں یہ دکھاؤں کہ نبی پاک صلی اللہ علیہ وسلم نے یہ فرمایا ہو کہ جی یہ سورہ نساء ہے، آیت نمبر اتنی ہے، اس کی تشریح میں یہ بات بیان کر رہا ہوں، انا للہ و انا الیہ راجعون۔ نبی پاک صلی اللہ علیہ وسلم کے فرامین قرآن پاک کی تشریح ہوتی ہیں، وہ صرف ایک نہیں کئی آیات کی تشریح ہو سکتی ہیں۔ اب یہ ضروری تو نہیں ہے کہ ساتھ بتائیں کہ بس صرف اسی آیت کی تشریح ہے، کسی اور کی آیت کی تشریح نہ ماننا۔ تو نبی پاک صلی اللہ علیہ وسلم نے خود اس کی تشریح بیان فرما دیا، میں نے قرآن بھی پیش کر دیا، حدیث شریف بھی پیش کر دی ہے آپ کے سامنے۔ اب آپ نے اس کا جواب دینا ہے، اور جواب میں وہی کہانیاں نہیں سنانی آپ نے مجھے جو اتنی دیر سے سنا رہے ہیں۔ پہلے خود آپ تردید کر چکے ہیں کہ ادھر ادھر جانے والے کو اللہ تعالیٰ فرماتا ہے کہ شیطان کی پیروی کرتے ہیں، اور پھر آپ کہتے ہیں جی فلاں نے ایسا کہا، فلاں نے ایسا کہا۔ وہ بھائی جو حجت ہے دین میں اس سے بیان کریں۔ انزل الیک انزل من قبلک پر ایمان لانا اللہ تعالیٰ نے فرمایا، اور نبی پاک صلی اللہ علیہ وسلم پر جو نازل ہوا اور جو آپ کی احادیث ہے اس سے دلیل پیش کریں، اور اپنے دعوے کی دلیل بھی پیش کریں۔ صرف یہی نہ کرتے جائیں کہ آپ کی آیت میں یہ خرابی ہے، اگر نئی دلیل ہے کوئی ہاتھ کھڑے کریں، پھر آگے چلتے ہیں۔ شکریہ جی۔ اچھا جی، بڑی مہربانی جی، لمبی تقریر آپ نے کی ہے، لیکن چونکہ سوال کا کوئی جواب ہے ہی نہیں، وہ آپ کی من گڑت کہانی ہے، تو آپ نے کہاں سے پیش کرنی تھی؟ آپ نے فرمایا، میں آخر سے اسی طرح شروع کرتا ہوں کہ جی جو بھی بندہ حضرت عیسیٰ علیہ السلام کے بارے میں کوئی بھی ایسی بات مانتا ہو جو محمد صلی اللہ علیہ وسلم نے بیان نہ کی ہو، وہ گمراہ ہے، وہ گمراہی پھیلا رہا ہے۔ تو میں کہہ رہا ہوں یہی گمراہی تو آپ پھیلا رہے ہیں۔ بھئی اس سورت نساء کی اس آیت کی یہ تشریح جو آپ نے کی کہ محمد صلی اللہ علیہ وسلم کے بعد اللہ تعالیٰ کسی کو نبوت نہیں دے گا، محمد صلی اللہ علیہ وسلم نے کہاں فرمائی ہے؟ آپ کا دعویٰ خاص ہے اور دلیل آپ عام دے رہے ہیں۔ دعویٰ خاص ہو تو دلیل خاص ہونی چاہیے، دعویٰ عام ہو تو دلیل عام بھی چلتی ہے۔ بھئی آپ کا سارے قرآن کے بارے میں تو دعویٰ ہے ہی نہیں، آپ کا تو اس آیت کے بارے میں دعویٰ ہے کہ سورت نساء آیت نمبر 60 کے مطابق محمد صلی اللہ علیہ وسلم کے بعد کوئی نبی پیدا نہیں ہو سکتا۔ چونکہ آپ نے یہ دعویٰ کیا ہے، آپ نے خود ہی بھی رسول بنایا ہے کہ کسی بھی کوئی بھی ایسی بات جو محمد صلی اللہ علیہ وسلم نے نہیں بتائی وہ جو بندہ کرتا ہے وہ گمراہ ہے، تو آپ خود گمراہ ثابت ہو گئے۔ جو تشریح آپ نے اس آیت کی ہے وہ تشریح آپ محمد صلی اللہ علیہ وسلم سے ثابت نہیں کر سکتے، آپ کو بھی پتا ہے وہ ہے نہیں، آپ پنکچر لگانے کی جتنی مرضی کوشش کریں۔ حضرت عیسیٰ علیہ السلام کے بارے میں آپ نے اصول گھڑا ہے کہ جناب جو نبی کریم صلی اللہ علیہ وسلم نے بتا دیا ہے بس اتنا ہی ہے، اس کے علاوہ اگر کوئی بندہ بات کرتا ہے تو وہ گمراہ ہے اور گمراہی پھیلاتا ہے۔
تو آپ کو ہم کیوں نہ مانے کہ آپ گمراہ ہیں اور گمراہی پھیلا رہے ہیں؟ کیونکہ آپ بھی جو بات کر رہے ہیں اس کی نبی کریم صلی اللہ علیہ وسلم سے کوئی خاص دلیل آپ نے پیش نہیں کی. اس آیت سورۃ النساء آیت نمبر 60 کا ذکر ہو اور رسول کریم صلی اللہ علیہ وسلم نے فرمایا ہو، اس کا مطلب یہ ہے میرے بعد اللہ تعالیٰ کسی کو نبی نہیں بنائے گا. یہ تو کسی بھی حدیث میں سے آپ نہیں دکھا سکتے. اس آیت کے متعلق کیا آپ نے دکھانا ہے؟ تو آپ جو دلیل بنانے کی ناکام کوشش آپ نے کی، اس سے تو آپ خود اپنے اصولوں کے مطابق گمراہ ثابت ہو چکے ہیں. جب آپ کی دلیل ہی قائم نہیں، وہ آپ کے اپنے اصولوں کے مطابق گمراہی ثابت ہوتی ہے، تو پھر مجھے کچھ پیش کرنے کی ضرورت ہی نہیں ہے. آپ بار بار بھول جاتے ہیں. میں نے کہا دوبارہ ایک دفعہ مدرسہ پڑھ لیں یا کسی اچھے استاد سے پڑھ لیں کہ جناب دلیل مدعی کے ذمہ ہوتی ہے، سائل کے ذمہ دلیلیں نہیں ہوتی. سائل نے تو آپ کی دلیل چیک کرنی ہے، دلیل ٹھیک ہے تو مان لے گا، نہیں ٹھیک تو دعویٰ جھوٹا ہے آپ کا. بھائی جب آپ کا دعویٰ ہی جھوٹا ہے تو کوئی سچا دعویٰ کریں، اس کے بارے میں سچی دلیل پیش کریں، اس کو ہم مان لیں گے. میں سائل ہوں، مجھے کسی دلیل کی ضرورت نہیں. آپ مدعی ہیں، دلیل مدعی کے ذمہ ہوتی ہے. چونکہ آپ کے پلے ہے ہی کچھ نہیں، اس لیے آپ نے اب وہ اپنا ڈول میرے گل ڈالنے کی کوشش کرنی ہے. وہ جناب وہ دن ڈبا جدوں کوڑی چڑھیا کبا، یہ کام آپ نہیں کر سکتے. میں سائل ہوں، سائل کے ذمہ کوئی دلیل نہیں. سائل کے ذمہ سوال ہے، اس کو سائل اس لیے کہتے ہیں. آپ مجیب ہیں، آپ مدعی ہیں، آپ نے دعویٰ کیا ہے. جو دعویٰ آپ نے کیا ہے اس کی دلیل قرآن سے دینی ہے. قرآن سے دلیل دے دیں گے ہم مان لیں گے. قرآن میں اپنے جھوٹے من گڑھ عقیدے گھسانے کی کوشش کریں گے تو ہم نہیں مانیں گے. تو جو بھی آپ نے اس میں سے من گڑھ مطلب نکالنے کی کوشش کی ہے اس کو میں نے غلط ثابت کر دیا. ٹھیک ہے. آپ نے کہا جی ہماری بات نبوت پر ہو رہی ہے. اب بڑی پیاری بات ہے جی. میرا ایک سوال ہے آپ سے، آپ نبی کی اور نبوت کی تعریف ذرا بیان کر دیں. کیونکہ جب تک کسی چیز کی تعریف کا آپ کو پتا ہے جامع اور مانع ہونی چاہیے. یعنی کوئی بھی ممبر جو ہے اس تعریف میں جو شامل ہونا چاہیے وہ باہر نہیں رہنا چاہیے، کوئی بھی جو باہر رہنا چاہیے وہ شامل نہیں ہونا چاہیے. یہ تعریف کی تعریف. تو آپ نے نبی اور نبوت کی تعریف پیش کریں، رسول اور رسالت کی تعریف پیش کریں. ٹھیک ہے. تاکہ جو بھی دعویٰ آپ نے کیا ہے اور اس کے اوپر جو بھی آپ قرآن کریم کی آیات پیش کر کے ان میں تحریف کر کے تو اپنا یہ من گڑت عقیدہ ثابت کرنے کی ناکام کوشش آپ کر رہے ہیں، اس کی حقیقت لوگوں کے سامنے کھل جائے. تو اس کے بارے میں ضرور آپ نے اس کا جواب دینا ہے. پہلا سوال تو میں نے آپ سے یہی کیا ہے کہ آپ رسول کریم صلی اللہ علیہ وسلم سے، چونکہ آپ نے خاص ایک آیت کے بارے میں دعویٰ کیا ہے کہ اس سے یہ بات ثابت ہوتی ہے کہ محمد صلی اللہ علیہ وسلم کے بعد کسی کو نبوت نہیں دی جائے گی، یہ آپ نے اس آیت کے بارے میں دعویٰ کیا ہے. تو اس آیت کے بارے میں محمد صلی اللہ علیہ وسلم نے چونکہ یہ تشریح نہیں کی، اس لیے آپ اپنے اصول کے مطابق ہی گمراہ ہیں اور گمراہی پھیلا رہے ہیں. اس کا جواب آپ نے دینا ہے. آپ نے پبلک کو کیا بتانا ہے؟ پبلک کو میں بتا دیتا ہوں کہ ایسی کوئی حدیث موجود نہیں ہے. اپنا ایک نیا من گڑت کھڈی پر ایک اصول بنا کر اس میں خود ہی ڈاکٹر ڈیری صاحب پھنسے ہوئے ہیں جس سے یہ نکل سکتے نہیں. تو نبی اور نبوت کی، رسول اور رسالت کی تعریف بھی بیان کریں تاکہ پتہ چل جائے لوگوں کو کہ نبی ہوتا کیا ہے، نبی کی خواص کیا ہے. کیا ہو تو بندہ نبی ہوتا ہے، تاکہ ہم دیکھیں کہ جو اس امت کے اندر آپ اکیلے پہلے دن آسمان سے تو نہیں ٹپکے نا. اس سے پہلے بھی 1400 سال گزرے ہیں، لوگوں نے کتابیں لکھی ہیں، اس میں ختم نبوت کی تشریحات لکھی ہوئی ہیں، سارا کچھ تفصیلیں لکھی ہوئی ہیں، تاکہ دیکھا جائے کہ آپ نے جو ہر روز ایک نئی تعریف گھڑتے ہیں تو وہ کیا اب آپ نے نبی اور نبوت کی، رسول اور رسالت کی ایسی تعریف گھڑی ہے جس کے مطابق آپ کا دعویٰ جو ہے وہ صحیح ثابت ہو جائے اور آپ کے اکابر جو لکھ گئے ہیں وہ غلط ثابت ہو جائے. ٹھیک ہے جی. آپ نے کہا کہ قرآن کہتا ہے جی قرآن کے علاوہ کسی کی پیروی کرنے والا شیطان ہے. اب بالکل میں تو یہ کہتا ہوں قرآن کہتا ہے کہ قرآن کے علاوہ کسی کی پیروی کرنے والا شیطان ہے. تو آپ کہہ دیں احمد رضا بریلوی صاحب قرآن کے علاوہ کہیں سے لوگوں پر فتوے لگا رہے تھے جب انہوں نے قاسم نانوتوی کو ختم نبوت کا منکر اور کافر کہا تھا. اگر تو وہ قرآن کے مطابق کہا تھا تو پھر بھی آپ کے پلے کچھ نہیں رہتا. پھر قاسم نانوتوی صاحب گئے، اگر قرآن کے علاوہ کہہ رہے تھے کچھ تو پھر وہ شیطانی کام کر رہے تھے. آپ نے بار بار اس کی طرف توجہ دلائی ہے کہ جی احمد رضا بریلوی کی طرف نہ جاؤ، قرآن کی طرف جاؤ. تو احمد رضا بریلوی صاحب کس طرف جا رہے تھے؟ انہوں نے جو قاسم نانوتوی صاحب پر ختم نبوت کا منکر ہونے کا اور کافر ہونے کا فتویٰ لگایا ہے وہ قرآن کے مطابق لگایا ہے یا اپنا دل کیا ان کا کہیں سے ادھر ادھر سے کوئی اپنا کسی نے پیسے دیے تو انہوں نے لگا دیا تھا؟ ظاہری بات ہے جو ان کو ماننے والے ہیں صحیح وہ یہی دعویٰ کرتے ہیں کہ انہوں نے یہ فتویٰ قرآن کے مطابق لگایا ہے. اگر تو قرآن کے مطابق لگایا ہے تو پھر وہ کون سی ختم نبوت ہے بھائی جس کو ماننا ہے؟ آپ نے جو ختم نبوت نہیں گڑی ہے اس کو ماننا ہے، احمد رضا بریلوی صاحب کی ختم نبوت کو ماننا ہے، قاسم نانوتوی صاحب کی ختم نبوت کو ماننا ہے، شیعہ کی ختم نبوت کو ماننا ہے، جیلمی کی ختم نبوت کو ماننا ہے، غامدی کی ختم نبوت کو ماننا ہے. بھائی کون سی موضوع ختم نبوت ہے؟
कौन सी खत्म नबूवत को मानेंगे तो हम मुसलमान बन जाएंगे भाई, और कौन सी खत्म नबूवत का इनकार करने से बंदा काफिर होता है? हर बंदे ने अपनी खत्म नबूवत घड़ी हुई है। आप कहते हैं उधर ना जाएं, उधर ना जाएं। भाई उधर मैं इसलिए नहीं जा रहा कि मैं वहां से दलील कोई आपको पेश कर रहा हूं, मैं आपको आईना दिखा रहा हूं कि हमारे सामने आके उनको आप छुपाते हैं कि जी इनकी जान छोड़ो, इनको छुपाओ। आप कुरान से बात, भाई कुरान से ही मैं आपसे पूछूंगा ना, कुरान से दलील दें। आप जो बात पेश करेंगे मैं देखूंगा क्या आपके अकाबर भी वही बात पेश करते थे। अगर वो मशरिक को जा रहे हो, आप मगरिब को जा रहे हो, तो आपसे वजह तो पूछूंगा ना कि भाई कुरान की आपको ज्यादा समझ है या आपके अकाबर को, अहमद रजा बरेलवी साहब को, इब्ने अरबी को, जलालुद्दीन सयूती को आपसे ज्यादा समझ थी क्या नहीं समझ थी? जब आप उनको अपने से बड़ा आलिम मानते हैं तो वो कुरान को आपसे बेहतर ही समझे होंगे ना। तो जो उन्होंने तशरीह की है, या तो आप कुरान के खिलाफ उसको ऐलान करें कि हाँ जो उन्होंने तशरीह की है वो कुरान के खिलाफ है, मैं उनकी तशरीह को नहीं मानता और उनको कुरान का मुखालिफ मानता हूं, उनको शैतान का पैरो मानता हूं, फिर तो समझ आती है। गोलमोल करके उनको भी बचाई जो, इधर खुदा से भी पींगे लड़ाई जो, शैतान से भी दोस्तियां बढ़ाई जो, ये काम चलने वाला नहीं है। दो कश्तियों का सवार कहीं नहीं पहुंचता, ये यहां अल्लाह की तरफ हो जाए या शैतान की तरफ हो जाए। ठीक है जी। तो जो सवाल मैंने किया है उसको आप नोट कर लें कि नबी करीम सल्लल्लाहु अलैहि वसल्लम ने इस आयत की, ये मैं इसलिए सवाल कर रहा हूं कि आपने असूल पेश किया है कि हजरत ईसा अलैहिस्सलाम के बारे में कोई एक लफ्ज भी, एक बात भी ऐसी मानता है जो मोहम्मद सल्लल्लाहु अलैहि वसल्लम ने नहीं बताई, वो गुमराह है और गुमराही फैलाने वाला है। तो ये आप जो कुरान की तशरीह करें वो हम मानते रहे। अगर वो मोहम्मद सल्लल्लाहु अलैहि वसल्लम ने नहीं बताई तो डॉक्टर डेरी साहब की तशरीह हम क्यों माने? वो माननी फर्ज हो गई है, लेकिन अहमद रजा बरेलवी साहब का फतवा मानना फर्ज नहीं है। इसकी क्या वजह है? आपकी तशरीह हम क्यों माने? आपने जो इससे नतीजा निकाला है वो मानना गलत है। अगर जलालुद्दीन सयूती नतीजा निकालता है वो मानना जो है शैतान की पैरवी हो जाती है। भाई आप कौन हैं कि डॉक्टर डेरी साहब की तशरीह हम माने, जलालुद्दीन सयूती की ना माने, इब्ने अरबी की ना माने, अहमद रजा बरेलवी की ना माने, कासिम ननोतवी की ना माने, लेकिन डॉक्टर डेरी की मान लें? इसकी क्या वजह? आपको कौन से सुरखाब के पार लगे हैं? या आप भी यही चाहते हैं कि हम कुरान को छोड़कर और शैतान के पीछे लग जाए? अब आपने कहा जी मिर्जा साहब कहते हैं मेरे बाद कोई नबी नहीं, ये हमारा मौजू नहीं है। खत्म नबूवत मौजू है, खत्म नबूवत के आप मुद्दे हैं, उसकी दलील आपने पेश करनी है। अगर मिर्जा साहब कहते हैं मेरे बाद कोई नबी नहीं, ये भी खत्म नबूवत की दलील नहीं है, कुरान से आपने दलील पेश करनी है। ठीक है जनाब। सजदा तानीमी पहले मना था, अब मना है कि पता नहीं क्या ये आपने मारा है। सारे आपके बरेलवी जो बड़े बड़े पीर हैं वो सजदे करते हुए करवाते फिरते हैं, ये उनको जाके समझाएं सजदा तज़ीमी हराम हो गया है हमारी उम्मत में, और उनको मुशरक होने के फतवे लगाएं। मुझे क्यों बता रहे हैं? यूसुफ अलैहिस्सलाम की कौम ने, अल्लाह ताला कुरान करीम में बताता है कि जब हजरत यूसुफ अलैहिस्सलाम ने वफात पाई तो उन्होंने कहा कि अल्लाह ताला अब किसी को मबूस नहीं करेगा। ये अल्फाज अल्लाह ताला ने यूसुफ अलैहिस्सलाम की कौम के हमें बताए हैं कि उन्होंने ये अकीदा रखा, और वो बिल्कुल आप जैसा ही खत्म नबूवत का अकीदा था जो पहले उस गुमराह कौम ने रखा था। अगर वो हजरत यूसुफ अलैहिस्सलाम की कौम चूंकि गलत थी, अल्लाह ताला ने उनकी गलती जो है उसको वाज़े भी कर दिया है, तो जनाब आप वही गलत अकीदा रखते हैं। अगर वो अकीदा अब सही था, नबी करीम सल्लल्लाहु अलैहि वसल्लम के वफात के बाद अल्लाह ताला ने किसी को मबूस नहीं करना था, तो वही अल्फाज जो हज़रत यूसुफ अलैहिस्सलाम की कौम ने कहे थे वो अल्लाह ने नबी करीम सल्लल्लाहु अलैहि वसल्लम के बारे में कहाँ कहे हैं? ये सवाल था। वो सवाल आप समझते नहीं, पता नहीं साथ कोई काम करते रहते हैं और अंदर आके थोड़ा बहुत जवाब दे देते हैं। भाई नोट किया करें सवाल क्या है, उस सवाल के मुताबिक जवाब दें। सवाल गंदुम होता है, जवाब आप चना दे जाते हैं। इसी तरह जो जिन्नों के बारे में आता है कि उन्होंने कहा कि ये हमने देखा है कि नबी आ गया है, बल्कि वो कहते वही अल्फाज उन्होंने इस्तेमाल किए हैं कि हमारा तो ये मानना था कि अब अल्लाह ताला किसी को नहीं भेजेगा, अब अल्लाह ताला किसी को मबूस नहीं करेगा। ये वही खत्म नबूवत का अकीदा है जो आज आप हमारे सामने पेश करते हैं। लेकिन अल्लाह ताला ने अगर वाकई वो अकीदा जो पहली कौमों में पैदा हो गया और अल्लाह ताला ने उसको गुमराही बताया और उसको गलत बताकर उसका रद्द किया, बल्कि उसके बाद रसूल आ गए प्रैक्टिकली जिनको आप भी मानते हैं, तो अगर वो अब वो वाला खत्म नबूवत का अकीदा दुरुस्त था तो कहां अल्लाह ताला ने वो वाली बात की है कि भाई उस वक्त वो तो गलत कह रहे थे लेकिन अब वो अल्फाज अल्लाह ताला बयान करे, या हजरत नबी करीम सल्लल्लाहु अलैहि वसल्लम ने भी कभी वो अल्फाज इस्तेमाल नहीं किए। ठीक है जी। तो ये मेरा सवाल था, इसको नोट करें और इसका जवाब पेश करें। ठीक है जी। जो आपने कहा जी हजरत ईसा अलैहिस्सलाम के साथ जितने भी मामलात होने थे वो रसूल करीम सल्लल्लाहु अलैहि वसल्लम ने बता दिए हैं। ये आप गलत बयानी कर रहे हैं, ये आपकी लाइल्मी है। 40 साल मैंने पहले भी बताया है, कान खोल कर पूरी तवज्जो से बात सुने। 40 साल हजरत ईसा अलैहिस्सलाम ने दुनिया में रहना है,
40 साल की कोई डायरी मुझे दिखा दें, कोई हदीस दिखा दें, 40 साल हजरत ईसा अलैहिस्सलाम ने दिन रात क्या करना है, उनका क्या क्या अमल होना है, कौन कौन सी वही उन पर नाज़िल होनी है। 40 साल की कोई एक हदीस है ही नहीं, और आप झूठ बोलते जा रहे हैं और झूठ को दलील बना रहे हैं कि नहीं जी सारा कुछ उन्होंने बता दिया है। 100% जरूर लाजमी उन चीजों के अलावा हजरत ईसा अलैहिस्सलाम ने बेशुमार काम करने हैं जो नबी करीम सल्लल्लाहु अलैहि वसल्लम ने नहीं बताए, और उनमें वही शामिल है, उनमें नबूवत शामिल है, उनमें नबूवत का काम भी शामिल है। नबी जब आता है, अल्लाह ताला ने 2000 साल से एक नबी को क्यों संभाल के रखा है, किसी गैर नबी को क्यों संभाल के नहीं रखा अगर उन्होंने नबियों वाला काम ही नहीं करना था तो। और आपके बुजुर्ग लिख गए हुए हैं जनाब कि पहली दफा जब आए थे तो नाकाम हो गए थे अपने काम में, उस काम को पूरा करने के लिए उन्होंने आना है। आप पता नहीं कहां फिरते हैं, अपनी किताबें पढ़ते नहीं हैं, अपने कायद का पता नहीं है, और आप हमें खत्म नबूवत समझाने आ गए हैं जिसकी आपको भी अल्लाह चाहे तो कोई समझ आया ही नहीं। ठीक है जी, वो उनज़िला इलैका में जो शामिल आप कह रहे हैं कि सारा कुछ हजरत ईसा अलैहिस्सलाम के बारे में जो होना है वो उनज़िला इलैका में शामिल है, ये सवाल नहीं हो रहा कि उनज़िला इलैका में वो शामिल है या नहीं शामिल। एक तरफ आप ये अकीदा रखते हैं कि हजरत मोहम्मद सल्लल्लाहु अलैहि वसल्लम के बाद कोई वही हो ही नहीं सकती, क्योंकि वो कुरान करीम में लिखा है जो तुम पर नाज़िल हुआ और जो तुमसे पहले नाज़िल हुआ या तुम्हारी जिंदगी तक जो नाज़िल होगा उस पर ईमान लाना है। और भाई सवाल जो है हजरत ईसा अलैहिस्सलाम पर भी तो कुछ नाज़िल होना है कि नहीं, जो उस पर नाज़िल होना है वो हजरत मोहम्मद सल्लल्लाहु अलैहि वसल्लम ने 40 साल की वही कहां लिख कर बताई है। एक वही के को 2-3 अल्फाज हैं वो सूरत सही मुस्लिम में आए हैं, उसके अलावा 40 साल हजरत ईसा पर वही नहीं होनी। अगर उसका जिक्र नहीं है, मैं पहले शुरू में आपको कह चुका हूं कि आपका तरीकाकारी ये है, आप अदम जिक्र को दलील बनाते हैं। अगर जिक्र नहीं हुआ, ये इस चीज की दलील नहीं है, चूंकि जिक्र नहीं हुआ इसलिए कुछ हजरत ईसा अलैहिस्सलाम ने 40 साल में सिर्फ वही करना है जिसकी नबी करीम सल्लल्लाहु अलैहि वसल्लम ने पेशगोई फरमाई है। ये तो बिल्कुल एक बेअकली की बात है। 40 साल के अंदर उसकी आप अगर डायरी बनाएं, 40 साल में एक इंसान क्या क्या करता है, तो कई हजार जिल्दों की डायरी बनेगी। नबी करीम सल्लल्लाहु अलैहि वसल्लम ने किस दिन बताया है क्या क्या उन्होंने करना है, और अगर उन्होंने नहीं बताया तो ना बताना किसी चीज की दलील हो ही नहीं सकता, क्योंकि अदम इल्म अदम जिक्र से कभी कोई चीज साबित नहीं होती। आप हर चीज को अदम इल्म अदम जिक्र जो है उसको दलील बना के उसको पेश कर रहे हैं। ठीक है, आपने कहा जी हजरत ईसा अलैहिस्सलाम के बारे में सारे जो, अब अच्छा आपने कहा जी नबूवत का दावा किसी ने नहीं किया। मैंने आपको बताया है कि वो नबूवत तामा का मुद्दई हैं इब्ने अरबी साहब। अच्छा, आपने कहा कि मेरा दावा तब गलत साबित होगा जब आप ये बताएंगे कि मैं किसको नबी मानता हूं। ये भी एक धोखेबाजी है जनाब, या लाइल्मी है, दोनों में से एक काम है। भाई अगर सिर्फ नबूवत के दावेदार की नबूवत को मानने की वजह से बंदा खत्म नबूवत का मुनकर बनता है, तो अहमद रजा खान बरेलवी साहब ने कासिम ननोतवी साहब को क्यों खत्म नबूवत का मुनकर कहकर उन पर कुफर का फतवा लगाया हुआ है। कासिम ननोतवी साहब ने नबूवत का दावा किया था, उन्होंने नबी होने का दावा किया था, किसी नबी होने के मुद्दई को उन्होंने माना था। उन्होंने इतना ही कहा था कि बिल फर्ज बाज माना नबी को नबी पैदा भी हो जाए तो खातमियत मोहम्मदी पर कोई फर्क नहीं पड़ता। कासिम अहमद रजा खान बरेलवी साहब ने इस बात को लिखने की वजह से उन पर कुफर का फतवा लगाया है, और सिर्फ अहमद रजा खान बरेलवी साहब ने नहीं लगाया, कई हरम के जो उलमा थे मक्का और मदीना के उलमा, उन्होंने भी वो कुफर का फतवा लगाया था। 200-250 इंडिया के दूसरे सुन्नी उलमा ने उन पर कुफर का फतवा लगाया था, उनको खत्म नबूवत का मुनकर कहा था। अब आज आप जब फंसते हैं तो नई खत्म नबूवत गाड़कर हमारे सामने पेश कर देते हैं कि जी मैं तो समझा नहीं, मुझे तो सिर्फ नबूवत के दावे वाला ही खत्म नबूवत का मुनकर लगता है। तो ये अहमद रजा खान बरेलवी साहब को नहीं पता चला कि जनाब सिर्फ नबूवत के मुद्दे पर खत्म नबूवत के मुनकर होने का फतवा लगाना है। शाह वलीउल्लाह मुहद्दिस देलवी ने पूरी किताब लिखी है, शिया को खत्म नबूवत का मुनकर कहा है, और उसके बाद कई बरेलवी उलमा हैं जिन्होंने इनको खत्म नबूवत का मुनकर कहा है। अहमद रजा खान बरेलवी साहब ने इनको कहा है इनके अकीदा इमामत की वजह से। अब आप बताएं वो अकीदा, वो इनको 12 को इमाम मानते हैं, नबी और रसूल तो नहीं मानते, नबी और रसूलों से अफजल मानते हैं। वो कहते हैं नबियों से खता हो सकती है, इमामों से खता नहीं हो सकती। नबियों और रसूलों से, मोहम्मद सल्लल्लाहु अलैहि वसल्लम के अलावा तमाम नबियों और रसूलों से इन 12 इमामों को अफजल मानते हैं और उन पर वही होना मानते हैं, इल्म गैब मानते हैं। इसलिए मैंने आपसे कहा है नबी और रसूल की नबूवत और रिसालत की तारीफ पेश करें। उन्होंने वो तारीफें पेश करके इनको खत्म नबूवत का मुनकर कहा है। आपका ये मुतालबा कि मैं पहले ये दिखाऊं जी आप कौन से नबी को मानते हैं और किसको नबी मानते हैं, फिर वो गलत साबित होगा। ये एक पंक्चर है जो आपके काम आने वाला नहीं। जो भी अहले शऊर होंगे वो देख लेंगे
کہ احمد رضا خان بریلوی صاحب نے قاسم نانوتوی صاحب پر کفر کا فتویٰ لگایا ختم نبوت کا منکر ہونے کی وجہ سے، حالانکہ انہوں نے کوئی نبوت کا دعویٰ نہیں کیا، کسی نبی کی نبوت کو نہیں مانا۔ پھر آپ کا یہ مطالبہ کرنا کہ پہلے یہ ثابت کرو کہ میں کسی کی نبوی کی نبوت مانتا ہوں، پھر میں اس پر جو ہے مان لوں۔ یہ جو آپ کہہ رہے ہیں جی انہوں نے تو نبوت کا دعویٰ نہیں کیا اور نہ ہی میں ان کو نبی مانتا ہوں، بھائی ان پر بھی کفر کا فتویٰ ابن عربی پر اسی لیے لگایا گیا ہے، ان کو ملحد اور زندیق کہا گیا ہے جو انہوں نے اس طرح کی باتیں لکھی ہوئی ہیں۔ کبھی فصوص الحکم پڑھی ہے؟ کبھی زندگی میں موقع ملے ایک دفعہ پوری فصوص الحکم پڑھیں آپ، وہ پیر میر علی شاہ صاحب کی زندگی جو ہے ان کے حالات پڑھیں، ساری زندگی فصوص الحکم کا وہ درس دیتے رہے ہیں، یعنی ان کی نظر میں یہی ایک کتاب تھی جو پڑھ لیں تو بس ولی بن جاتا ہے بندہ، جتنے اولیاء ہیں وہ سارے ان کی لڑیوں سے ہیں۔ تو جناب میں عرض کر رہا ہوں یہ باقی جو ہے آپ کہتے ہیں کوئی میں نے کہا کئی مسلمان اجرائے نبوت کا، بھئی وہ اس طرح قائل ہیں، آپ کی جو ختم نبوت ہے اس کو نہیں مانتے، سارے فرقے ایک دوسرے کو ختم نبوت کا منکر کہتے ہیں۔ آپ اگر نئی ختم نبوت گھڑ کر میرے سامنے پیش کر دیں گے، اسی لیے مثال کے طور پر آپ کو میں یہ پیش کرتا ہوں، اس لیے پیش نہیں کرتا کہ قرآن کو چھوڑ کر ان کو دلیل بنا لیں۔ اگر آپ نے ان کو مثال کے طور پر پیش نہیں کروانا تو مجھے اسلام تو پہلے بتائیں کدھر ہے، مسلمان مجھے بتائیں دنیا میں کدھر ہیں۔ اگر آپ اکیلے ہی مسلمان رہ گئے ہیں تو پھر ٹھیک ہے آپ سے بات کر لیتے ہیں، اگر آپ کے پیچھے یہاں 2.5 ارب بندہ بیٹھا ہے جو آپ کے خلاف عقائد رکھتا ہے، آپ کی باتوں کو سیکنڈ نہیں کرتا، جو سب گروہ ایک دوسرے کو ختم نبوت کا منکر کہتے ہیں، تو آپ جب جھوٹ بولیں گے، عوام کو گمراہ کرنے کی کوشش کریں گے یا اپنی لا علمی کی وجہ سے کوئی بات کریں گے تو اس کی وضاحت تو میں کروں گا نا، اس کی تشریح تو میں کروں گا نا۔ اور آپ اس قدر یقین اس بات پر رکھتے ہیں جو میں کرتا ہوں، ابھی تک آپ نے ایک دفعہ بھی مجھ سے دلیل نہیں مانگی، کیونکہ آپ کو بھی پتا ہے احمد رضا خان بریلوی صاحب نے ختم نبوت کا منکر کہہ کے قاسم نانوتوی صاحب پر کفر کا فتویٰ لگایا ہوا ہے، اس لیے آپ دلیل نہیں مانگتے۔ اور جب آپ اس چیز کو جانتے ہیں تو کیوں ایسی ختم نبوت نہیں گاڑ رہے ہیں جس کے بارے میں آپ کہتے ہیں جب تک میں کسی کو نبی نہ مان لوں تب تک میں ختم نبوت کا منکر ہی ثابت نہیں ہوتا۔ تو یہ نئی باتیں گھڑنا اس لیے ہوتا ہے کہ پرانے پنکچر کام کرنا چھوڑ گئے ہیں۔ آخر میں دوبارہ آپ کو یاد کرا دوں، آپ نے کہا میں جہاں سے مرضی قرآن سے پیش کروں، بھئی 1000 دفعہ خوش ہو کے پیش کریں، آپ جہاں مرضی اپنا جھوٹ گزارنے کی کوشش کریں گے، گھسانے کی کوشش کریں گے، قرآن اس کو دھکے مار کے باہر پھینکے گا۔ بھئی آپ نے جہاں چڑھے ہی آپ اس لیے ہیں، آپ نے کہا جی وہ خاتم النبیین کی تشریح کر رہے ہیں، مجھے سنائے خاتم النبیین کی تشریح۔ آپ سے سب سے پہلا مطالبہ ہی میں نے کیا ہے، بھئی آپ نے کہا ہے، آپ دوسروں سے یہی بات کر رہے تھے، بھئی خاتم النبیین کا معنی میں مانتا ہوں نبیوں کو ختم کرنے والا، خاتم کا معنی مہر میں نہیں مانتا، یہ بات آپ نے کی تھی۔ جب بات شروع ہوئی ہے آپ اس بات کو ہی چھوڑ گئے ہیں۔ میں نے یہ پوچھا تھا بھئی وہ کون سا ڈر آپ کو لگ رہا تھا خاتم النبیین والی آیت یا اس لفظ کی تشریح میں جو آپ اس کو چھوڑ کر دوسری آیت کی طرف گئے، وہ کیوں نہ پیش کی؟ اس لیے میں نے کہا تھا کہ آپ نے تو بات ہی وہاں شروع کی تھی، لیکن آپ نے ابھی تک اس کی کوئی وجہ نہیں بتائی، صرف یہ بتایا ہے کہ جی میں جہاں سے مرضی پیش کروں، وہی پیش کریں۔ سوال یہ ہے کہ اس کی وجہ کیا ہے، اس سے کیوں ڈر لگ رہا تھا آپ کو، اس پر ہی بات کر لیتے۔ تو ابھی جو سوالات میں نے اٹھائے ہیں اس پر وہ آپ بتا دیں، میں آپ کو دوبارہ بتا دوں، مجھ سے دلیل کا مطالبہ نہیں کرنا، جا کے دوبارہ سبق پڑھ کے آئیں کہ مدعی دلیل کی ذمہ داری ہوتی ہے، مدعا علیہ یا جو سائل ہوتا ہے اس کی ذمہ داری نہیں کہ وہ دلیلیں دے۔ اگر آپ کے پاس دعویٰ کی دلیل نہ ہو یا آپ قائم نہ رکھ سکیں، جیسا کہ ابھی تک آپ ایک بھی دلیل پیش کرنے میں ناکام رہے ہیں، تو آپ کا دعویٰ جھوٹا ثابت ہوتا ہے۔ ٹھیک ہے، جو آپ نے پیش کیا ہے، میں سائل ہوں، میں سوال کروں گا، آپ سے دلیل مانگوں گا، آپ مدعی ہیں۔ ٹھیک ہے، میرے سامنے آپ نے دعویٰ پیش کیا ہے، میں سائل ہوں، میں نے آپ سے دلیل مانگنی ہے، دلیل آپ قائم کر کے دکھائیں۔ جی بسم اللہ کریں۔ جی سلیم میر صاحب بہت بہت شکریہ آپ کا، آپ تو لگتا ہے سارا کچھ ہی بھول گئے ہیں۔ جناب میں نے آپ سے پوچھا تھا، دوبارہ میں ریپیٹ کر دیتا ہوں کہ ابن عربی رحمۃ اللہ علیہ کی طرف جو آپ نے بات منسوب کی ہے اس کا ثبوت کدھر ہے؟ پیش کیا آپ نے؟ وہ ثبوت پیش کریں، اس سے میں نے ادھر ادھر نہیں آپ کو جانے دینا، وہ ثبوت آپ پیش کریں کہ ابن عربی علیہ الرحمہ پر جو آپ نے الزام لگایا ہے اس کا ثبوت کہاں پہ ہے۔ پھر میں نے آپ سے پوچھا تھا کہ مرزا صاحب جو ہیں ان کو بھی تو ہم نبی نہیں مانتے، نہ ابن عربی کو مانتے ہیں، تو مرزا صاحب کو آپ نے اس لسٹ میں کیوں شامل نہیں کیا، اس کی کیا وجہ ہے؟ آپ نے پھر وہی پرانی بات دہرا دی۔ اور بھائی پرانی بات تو آپ نے اس لیے کی تھی کہ مجھ سے پوچھا ہی نہیں تھا آپ نے، تب میں نے بتایا نہیں تھا کہ بھائی ہم تو ابن عربی کو بھی نہیں مانتے، آپ اپنی طرف سے جو مرضی کہتے رہیں۔ جب ہم کسی کو بھی نبی نہیں مانتے تو آپ کو پریشانی کیا ہو رہی ہے مرزا صاحب کو پیش کرنے میں؟ یہ بھی تو بتائیں نا لوگوں کو کہ بھئی یہ پریشانی ہے مجھے، میں اس لیے مرزا صاحب کو نہیں پیش کر رہا۔ اب آگے جو ہے وہ آپ نے کوئی دلیل مجھے نہیں پیش کی، مجھے کہتے ہیں کہ مجھ سے دلیل کا مطالبہ نہ کرنا۔ مولوی صاحب مجھ سے دلیل کا مطالبہ نہ کرنا، کیوں نہیں کرنا؟ کیونکہ ہمارے پاس دلیل ہے کوئی نہیں۔
وہ بھائی جب دلیل ہو تو زبانی جمع خرچ کرنے کی بجائے بندہ دلیل اگلے بندے کے منہ پہ مارتا ہے کہ بھئی یہ تمہارا عقیدہ غلط ہے، پھر کہتے ہیں جی میں مدعی نہیں ہوں۔ آپ تو مدعی بن ہی نہیں سکتے، کیونکہ آپ تب بنیں گے جب آپ کے پاس کوئی دلیل ہوگی۔ مدعی وہ بننے کی ہمت کرتا ہے جس کی جیب میں کچھ ہو، کوئی دلیل کو لے کے پھرتا ہو، جس کے پلے ہی کاکھ نہ ہو۔ اس نے یہی کام کرنا ہے سلیم میر صاحب جو آپ کر رہے ہیں۔ آپ کی آیت میں یہ مسئلہ ہے، آپ کا یہ دعویٰ ایسے درست نہیں ہے، ایسے درست نہیں ہے، لیکن دلیل سے رد نہیں کرنا۔ بھائی آپ نے اگر مدعی نہیں بنتے، آپ میں نہیں ہے اتنی اپروچ یا دلیل کوئی نہیں ہے، کوئی نالج نہیں ہے آپ کے پاس، نہ بنے، لیکن کم سے کم میری دلیل کا رد تو قرآن حدیث سے کر دیں۔ یہ زبانی کلامی کرنا ہے، بھائی کو قرآن پاک کی آیت پیش کر کے رد کریں، کوئی حدیث شریف پیش کر کے رد کریں۔ حالانکہ اگر دیکھا جائے اصولی بات سلیم میر صاحب، مدعی آپ ہیں، ہم نہیں ہیں۔ کیسے ہیں کہ مرزا صاحب جو ہیں وہ 53 سال تک اسی عقیدے پر رہے جس پر پوری امت مسلمہ ہے، ٹھیک ہے جی، دونوں پارٹیاں ایک جگہ پہ تھیں۔ جب انہوں نے اپنا عقیدہ بدلا تو مدعی تو وہ ہوئے۔ جو بندہ اپنا رستہ بدلتا ہے دعویٰ وہ کر رہا ہے کہ پہلے ایک رستے پہ دو پارٹیاں اکٹھی چل رہی ہیں، جس نے راستہ بدلنا ہے۔ میں اور سلیم میر صاحب آپ لاہور جا رہے ہیں 20 سالوں سے 50 سالوں سے ایک ہی رستے سے، آپ 40 سال 50 سال بعد کہتے ہیں میں نے دوسرے رستے سے جانا ہے، وہ بھی لاہور جاتا ہے۔ میں پوچھوں گا آپ سے کہ دلیل کیا ہے اس کی، یا آپ مجھ سے پوچھیں گے کہ بھائی مجھے بتائیں جو دوسرا راستہ جاتا ہے اس کی دلیل کیا ہے لاہور پہنچنے کی؟ تو مدعی آپ بنتے ہیں سلیم میر صاحب، ہم نہیں بنتے۔ لیکن چھوڑیں، آپ نہیں بن سکتے کیونکہ آپ کے پاس ہے کوئی پلے، کچھ نہیں ہے نا، کچھ پلے ہو تو پھر بندہ دلیل دیتا ہے۔ آپ نے پھر وہی بات دہرائی ہے کہ نبی پاک صلی اللہ علیہ وسلم نے کہاں فرمایا کہ نبوت نہیں ملے گی؟ بھائی میں نے کیا اس کے جواب میں حدیث شریف پیش کرنی ہے یا کوئی الف اللہ کی کہانی پیش کرنی ہے؟ یہ نہیں بتایا آپ نے۔ اگر تو میں نے حدیث شریف پیش کرنی تھی، نبی پاک صلی اللہ علیہ وسلم کا فرمان پیش کرنا تھا، تو میں تو ہر بار میں بتا چکا ہوں۔ نبی پاک صلی اللہ علیہ وسلم نے فرمایا ان الرسالۃ والنبوۃ قد انقطعت، کہ بے شک رسالت اور نبوت منقطع ہو گئی ہے۔ جواب اس کا کوئی نہیں ہے سلیم میر صاحب آپ کے پاس۔ تبھی تو کہتے ہیں نہیں اس آیت کی تشریح کے مطابق نہیں ہے۔ او بھئی آپ کے کہنے سے نہیں ہو جائے گی۔ اس آیت میں بھی اللہ تعالیٰ یہی بیان فرما رہا ہے کہ جو نبی پاک صلی اللہ علیہ وسلم پر نازل ہوا آپ نے ایمان لانا ہے اس پر، اور جو آپ سے پہلے نازل ہوا اس کے علاوہ کہیں جاؤ گے تو شیطان کی پیروی کرنا ہے۔ اب جیسا کہ آپ خود بیان کر رہے تھے کہ حضرت عیسیٰ علیہ السلام آئیں گے، 40 سال رہیں گے، اور مجھ سے پوچھ رہے تھے کہ ان پہ وحی نہیں نازل ہوگی؟ تو بھائی اگر بعد نبی پاک صلی اللہ علیہ وسلم کے بعد کوئی نبی آئے یا پیدا ہو، کسی کو نبوت ملے، تو اس پہ وحی نہیں نازل ہونی، بغیر وحی کے نبی بن جانا ہے اس نے۔ تو اس کو تو اللہ تعالیٰ کہہ رہا ہے کہ شیطان کی پیروی کرنا ہے، اس کو اللہ تعالیٰ شیطان کی پیروی کرنا ہے۔ یہ اس بات کی دلیل ہے کہ نبی پاک صلی اللہ علیہ وسلم کے بعد کسی کو نبوت نہیں ملنی، اور یہی بات نبی پاک صلی اللہ علیہ وسلم بیان فرما رہے ہیں کہ میرے بعد نبوت اور رسالت منقطع ہوگی۔ اور بھائی میں تمہیں کیسے تشریح بتاؤں؟ اگر آپ کا یہ مطالبہ ہے کہ ساتھ میں یہ لکھا ہو سورت نمبر اتنی، آیت نمبر اتنی، اس کی یہ تشریح ہے، تو بھائی میں وہ نہیں پیش کر سکتا، اس کے لیے میں معذرت چاہتا ہوں۔ یہ آپ کسی اور سے مطالبہ کر لیجیے۔ آگے نئی طرف جو ہے نا کہانی شروع کر دی ہے کہ نبی اور نبوت کی رسالت کی تعریف پیش کریں۔ اور بھائی یہ ٹاپک ہے ہمارا کہ نبی اور آپ کو اگر پتہ ہی نہیں تھا یا آپ نے طے کرنا تھا نبی کی تعریف اور نبوت کی تعریف، رسالت کی تعریف، تو 1.5 گھنٹہ 2 گھنٹے ہو گئے، پہلے یاد نہیں آیا آپ کو؟ اب جب جواب کوئی نہیں بن رہا آپ سے، زبان آپ کی لڑکھڑا رہی ہے، اب آپ ٹاپک بدلنے کے لیے کہہ رہے ہیں نہیں جی نبی اور نبوت کی رسالت پیش کریں، تعریف پیش کریں رسالت کی نبوت کی تعریف پیش کر۔ او بھائی وہ جب ٹاپک ہوگا اس پہ آپ کو جو ہے وہ پیش کر دیں گے۔ پھر آپ نے کہا کہ اللہ کی طرف ہو جائیں یا شیطان کی طرف ہو جائیں، کہتے مجھے ہیں کرتے خود ہیں۔ میں تو آپ کو صبح سے کہہ رہا ہوں قرآن کی طرف آ جاؤ، حدیث کی طرف آ جاؤ، آپ بار بار جاتے ہیں۔ امام احمد رضا خان بریلوی صاحب نے فتویٰ دے دیا، اس کا جواب دو۔ ابن عربی علیہ الرحمہ نے یہ بات کیا، اس کا جواب دو۔ شیعوں نے یہ بات کیا، قاسم نانوتوی صاحب نے بات کی، اس کا جواب دو۔ او بھائی آپ اپنی بات پہ، اپنی زبان پہ تو پورے اتریں۔ اتقولون ما لا تفعلون، کیا وہ کہتے ہو جو تم کرتے نہیں ہو؟ تو خود اس پہ عمل کریں، آپ کی بڑی مہربانی، میں تو قرآن حدیث پہ لے کے آ رہا ہوں۔ اور پھر کہتے ہیں جی آپ کی مانیں اور جلال الدین سیوطی کی کیوں نہ مانیں؟ میں نے کب کہا میری مانو؟ ایک مجھے بتا دو اس پوری ہماری گفتگو کے دوران ایک مرتبہ میں نے کہا ہو کہ میری بات مانو؟ او بھائی میں اللہ کا قرآن پیش کر رہا ہوں، نبی پاک صلی اللہ علیہ وسلم کا فرمان پیش کر رہا ہوں، میں نے اپنی طرف سے اپنی کوئی بات کی ہے تو میرے منہ پہ مارے۔ میں تو قرآن پاک کی آیت پیش کر رہا ہوں، ساتھ میں حدیث شریف پیش کر رہا ہوں۔ آپ کہہ رہے ہیں جی آپ کی بات کیوں مانے؟ بھائی میری نہ مانے۔ اچھا آگے پھر جو ہے آپ نے کہا کہ اگر مرزا صاحب کہتے ہیں کہ میرے بعد کوئی نبی نہیں ہے تو یہ بھی کہتے ہیں ختم نبوت کی دلیل نہیں ہے۔ سلیم میر صاحب کو بادام شدام کھایا کریں،
اگر یہ ختم نبوت کی دلیل نہیں ہے تو پھر کون سی ہوتی ہے وہ بھی بتا دیں. نبی پاک صلی اللہ علیہ وسلم فرماتے ہیں کہ میرے بعد کسی کو نبوت نہیں ملنی. یہ ہے ہمارا ختم نبوت کا عقیدہ. اور یہی مرزا صاحب فرماتے ہیں. اگر یہ ختم نبوت نہیں ہوتی تو آپ کے نزدیک کیا ہوتی ہے وہ بتا دینا ذرا. مرزا صاحب واضح طور پر کہتے ہیں کہ میرے بعد کوئی نہیں ہے. اب مسلمانوں نے نبی پاک صلی اللہ علیہ وسلم کو آخری نبی مانا, آپ نے مرزا صاحب کو مان لیا. اب چونکہ آپ کے پاس اس بات کا حل کوئی نہیں ہے, آپ کہتے ہیں ابھی مرزا صاحب کی بات نہیں ہو رہی, تو بات تو بھائی احمد رضا خان بریلوی صاحب کی بھی نہیں ہو رہی تھی, ابن عربی کی بھی نہیں ہو رہی تھی. بات تو یہ ہو رہی تھی نبی پاک صلی اللہ علیہ وسلم کے بعد نبوت جاری ہے یا بند ہے. آپ کیوں گئے ابن عربی کی طرف, کیوں گئے امام احمد رضا خان صاحب کی طرف؟ آپ جائیں کسی عالم دین کی طرف تو مجھ پر جواب دینا لازم ہے. میں آپ کے پیغمبر پہ سوال کروں تو نہ جائیں ادھر, کیوں نہ جائیں جی؟ اور پھر آپ نے وہی بات دوبارہ دہرا دی, یوسف علیہ الصلوۃ والسلام کی قوم کا یہ گمراہ عقیدہ تھا. اگر یہ گمراہ عقیدہ تھا ان کی قوم کا, جو کہ اس وقت بالکل تھا, اور آج بھی اگر یہ گمراہ کن عقیدہ ہے آپ کے نزدیک, تو پھر مرزا صاحب بتائیں, مرزا صاحب کے بارے میں کیا فرمائیں گے آپ؟ مرزا صاحب بھی یہی کہتے ہیں میرے بعد کوئی نبی نہیں. اس کا جواب دینا ہے آپ نے. آگے پھر آپ نے کہا کہ 40 سال تک حضرت عیسیٰ علیہ الصلوۃ والسلام نے بہت کچھ کرنا ہے, ان پر بہت ساری وحی نازل ہونی ہے اور بہت سے کام کرنے انہوں نے. او بھائی اس کی دلیل بھی تو دے دیں, دلیل بھی تو پیش کریں اس کی کہ انہوں نے یہ اور کام کرنے ہیں, بہت سارے کام کرنے ہیں. بھائی بہت سارے کون سے کرنے ہیں, دلیل دیں اس کی. جو ان کے بارے میں نبی پاک صلی اللہ علیہ وسلم نے فرمایا ہم اس پہ ایمان لاتے ہیں. اس کے علاوہ اگر اس نے کچھ کرنا ہے تو پہلے ثابت کریں گے پھر سوال کریں گے. یہ نہیں کہ ثابت کیے بغیر ہی سوال داغ دیں اپنی طرف سے, انہوں نے یہ بھی کرنا ہے, انہوں نے وہ بھی کرنا ہے. اس کا جواب دے دی مولوی صاحب. مولوی صاحب نہیں دیتے اس کا جواب. کیوں نہیں دیتے؟ کیونکہ آپ ثابت نہیں کر سکتے. ثابت کریں, قرآن حدیث سے دلیل کریں کہ انہوں نے یہ بھی کرنا ہے, پھر مولوی نہ مانے تو مولوی جرم دار. مولوی تو ماننے کے لیے تیار بیٹھے, دلیل لے کے آئے آپ. آگے کہتے ہیں کہ عدم ذکر کو دلیل بنا رہے ہیں. او بھائی میں نے کب کہا کہ میں عدم ذکر کو دلیل بنا رہا ہوں؟ عدم ذکر کو دلیل نہیں بنا رہا میں. اللہ تعالیٰ نے کفر کرنے کا, انکار کرنے کا حکم دیا ہے. کس کا انکار کرنے کا؟ جو نازل ہوا آپ صلی اللہ علیہ وسلم سے پہلے اور آپ صلی اللہ علیہ وسلم پر, اس کے علاوہ کا کفر کرنے کا اللہ نے حکم دیا ہے. میں اس لیے آپ سے سوال کر رہا ہوں, میں عدم ذکر کو دلیل نہیں بنا رہا. اللہ تعالیٰ نے فرمایا ہے یریدون یتحاکموا الی الطاغوت. دعویٰ تو وہ یہ کرتے ہیں کہ ایمان لائے, جیسے آپ کر رہے ہیں کہ ایمان لائے ہم اس پر جو آپ سے پہلے نازل ہوا اور جو آپ کی طرف نازل ہوا, لیکن چاہتے کیا ہیں کہ وہ حکم بنائے طاغوت کو, یعنی اس کے علاوہ چلے جائیں ادھر ادھر, کہیں کسی اور کی بات مانیں. اللہ تعالیٰ فرماتا ہے وہ شیطان کی پیروی کرنا ہے. آگے اللہ تعالیٰ کا فرمان شاید آپ نے سنا نہیں, اس کے آگے اللہ فرماتا ہے وَقَدْ أُمِرُوا أَن يَكْفُرُوا بِي, کہ میں نے تو ان کو حکم دیا ہے کہ اس کا کفر کریں, اس کا انکار کریں. اس کے علاوہ کا انکار کرنے کا اللہ نے حکم دیا ہے. عدم ذکر کو دلیل نہیں میں نے بنایا. اور مجھے آپ نے جواب دینا ہے سلیم میر صاحب کہ مرزا صاحب کو کیوں نہیں شامل کیا. ابن عربی پر جو آپ نے بہتان باندھا اس کی آپ نے دلیل دینی ہے, اور میں نے جو دلائل قرآن حدیث سے پیش کیے ہیں آپ نے مدعی نہیں بننا, نہ بنے. اس کا رد قرآن حدیث سے پیش کریں, لیکن آپ کے پاس کچھ بھی نہیں ہے. اب بھی آپ وہی کریں گے جو پہلے اتنی دیر سے کر رہے ہیں. آؤ قرآن کی طرف, اگر ہے قرآن آپ کے ساتھ تو آئیں, قرآن سے دلیل پیش کریں, قرآن سے میری بات کا رد کریں. نہیں ہے تو پھر باقی کہانیاں سناتے رہیں, مجھے کوئی فرق نہیں پڑتا. شکریہ جی. جی بہت بہت شکریہ. اچھا جناب, دیکھیں آپ نے جو مین سوال تھا میرا, اس کا جواب ماشاءاللہ بہت خوبصورتی سے گول مول دیا ہے, اور باقی لمبی تقریر جاری ہے جو پہلے بھی آپ کرتے رہے ہیں, اور اس کا کوئی فائدہ آپ کو ہونے والا نہیں ہے. آپ نے ایک قاعدہ کلیہ بنایا کہ عیسیٰ علیہ السلام کے بارے میں حضرت محمد مصطفیٰ صلی اللہ علیہ وسلم نے کچھ باتیں ہمیں بتائی ہیں. جو بندہ اس کے علاوہ کچھ بھی حضرت عیسیٰ علیہ السلام کے بارے میں مانے گا وہ گمراہ ہے اور گمراہ کرنے والا ہے. یہ آپ نے کہا تھا. اس پر میں نے سوال کیا کہ سورۃ نساء کی آیت نمبر 60 کی جو تشریح آپ کر رہے ہیں کہ اس کا مطلب, اس آیت کا مطلب یہ ہے کہ محمد صلی اللہ علیہ وسلم کے بعد اللہ تعالیٰ کسی کو نبوت نہیں دے گا, یہ تشریح اس آیت کی محمد صلی اللہ علیہ وسلم نے کب کی ہے؟ جواب سوال آپ نے اچھی طرح سمجھ لیا ہے, 4-5 دفعہ میں دہرا چکا ہوں, اور امید ہے کہ آپ نے اچھی طرح سمجھ کر اس سوال کو ہضم کر گئے ہیں. آپ سوال کو ہضم آپ نے کیسا کیا ہے؟ جی آپ نے مجھ سے حدیث مانگی ہے نا, تو یہ لیں حدیث جی, وہ ان کا تھا, اور وہ بھی حدیث آدھی پڑھتے ہیں. کیوں؟ اگلی حدیث میں کانٹے لگے ہوئے ہیں, وہاں آگے پوری پڑھیں, آگے کیا لکھا ہوا ہے. وہ کیوں نہیں آپ نے پوری پڑھی؟ کیونکہ وہاں پھر آپ پھنستے ہیں. وہ حدیث بھی آپ کے خلاف ہے. میں حدیث پر ابھی جانا نہیں چاہتا کیونکہ قرآن سے آپ سے کچھ بات نہیں رہا.
जब कुरान पर आप झूठ बांध रहे हैं, कुरान में अपना झूठा अकीदा घुसाने की नाकाम कोशिश कर रहे हैं, तो हदीस पर भी झूठ ही बांधेंगे, उसके साथ क्या करेंगे? लेकिन ये मेरा मुतालबा नहीं है। मेरा मुतालबा समझें, अभी ये है चूंकि काफी हमारी गुफ्तगू हो चुकी है, ऐसे ही लंबी हम चला सकते हैं, लेकिन वक्त मुतय्यन करें ताकि मुख्तसर बात हो और मुख्तसर जवाब हो, मुख्तसर बात हो, मुख्तसर जवाब हो। ठीक है, सवाल ये है जनाब, तय कर लें। अब वही मैं अर्ज कर रहा हूं, मैं 1 मिनट जरा टाइमर खोल लूं और 1-1 मिनट हम रख लेते हैं या 2, जैसे आपको अच्छा लगे। अभी जो है ना, आप टाइम सेट कर लें, शायद मैं एक ही टर्न में बात कर लूंगा, क्योंकि मेरी तरफ अजान और मैं नमाज पढ़ने जाना है, फिर उसके बाद जारी रखेंगे। एक टर्न में बात हो सकती है। ठीक है, इसका मतलब है मैं फिर बात पूरी कर लूं या क्या आप कह रहे हैं? मुझे नहीं समझ आई कि बाद में जब आप नमाज से आएंगे फिर टाइम रख लेंगे आप, या मेरी बारी या आपकी बारी, जैसे भी आप बेहतर समझ। ये जितनी देर अभी 2-4 मिनट 10 मिनट हैं वो मैं आपके सारे पॉइंट्स को एड्रेस करता हूं। वैसे मैं इसलिए वो नहीं करना चाहता क्योंकि वो असल जो पॉइंट मैं पेश करता हूं आपके सामने, वो आप बाकी सारी बातें करके उस पॉइंट को अंदर से हजम कर जाते हैं या उसको छेड़ते ही नहीं। वो कहते हैं ये तो गैर मुतल्लका बात है। इसलिए मैंने अर्ज की है, या तो फिर अभी मैं अपना जवाब भी यहां रोक देता हूं, आप नमाज पढ़ के वापस आए। हाँ, अभी 5-10 मिनट में हैं, 15 मिनट बाद होनी जमात, आप जवाब देते हैं, वो मैं सुन के फिर जाता हूँ, लिख लेता हूँ। हाँ सही है। हाँ अच्छा, मैं ना एक ही सवाल करूंगा, उससे ही आगे चलते हैं। बाकी जितनी बात हुई है मैं सारा फिर दोबारा दोहरा सकता हूं, अक्सर बातें जो हैं वो दोबारा हुई हैं। 2 पॉइंट मैं आपके सामने रखूंगा, उन दोनों का ही आप जवाब दें। नंबर 1 कि नबी और नबूवत की, रसूल और रिसालत की तारीफ आपने करनी है, ये गैर मुतल्लका बात नहीं है। मैंने तो अर्ज किया है कि आप दोबारा थोड़ी पढ़ाई शढ़ाई करें, रिफ्रेश करें। लगता है आप वो प्रोग्रामिंग वगैरह के चक्कर में पढ़ के तो अपना वो जो मदरसे में पढ़ा हुआ सबक है ना भूल गए हैं। भाई जो मौजू है वो है खत्म नबूवत, तो नबूवत की तारीफ ही नहीं पता तो आगे क्या जाना है? आप कहते हैं जी अब क्यों पूछ रहे हो, वो कहते हैं देर आयत दुरुस्त आयत, अंग्रेजी में कहते हैं इट इज नेवर टू लेट। जब भाई आपकी सूरत हाल मैंने देखी है कि आप कहाँ चकोले खा रहे हैं, तो मैंने कहा चलें ज्यादा उसको बात को मुख्तसर करने के लिए और उसको मुअय्यन करने के लिए बेहतर है कि आपसे नबी और नबूवत की, रसूल और रिसालत की तारीफ करवाई जाए। ये बिल्कुल गैर मुतल्लका नहीं है। मौजू के अंदर नबूवत लफ्ज मौजूद है और आपके दावे के अंदर भी ये बात मौजूद है। आपने कहा मोहम्मद सल्लल्लाहु अलैहि वसल्लम के बाद अल्लाह ताला किसी को नबी नहीं बनाएगा। क्या नहीं बनाएगा? वो नबी होता क्या है, उसकी तारीफ नहीं है आपने करनी। दावा की वजाहत करना, पूछना मेरा हक है। और सबसे बुनियादी बात जो इसमें है वो है ही नबी और नबूवत। और चूंकि नबी और नबूवत के साथ जो आप हदीस पेश कर लें उसमें रसूल और रिसालत का भी जिक्र है, तो आप पर लाजम है कि आप इसकी तारीफ करें। आप वक्त ले लेंगे, भाई अभी मुझे नहीं याद, मैं जाके चित्रा कहीं से देख दूख के तो लिख कर ले आऊंगा, मुझे कोई एतराज नहीं है। कोई आज ये मसला हल होने वाला नहीं। अच्छी तरह जितनी भी लोगों के सामने तहकीक पहुंच जाए बेहतर है। हमारा मकसद तो है अवाम के सामने तहकीक पेश करना, जो मैंने समझा है, जो आपने समझा है। अवाम का काम है फैसला करना, वो आगे मजीद तहकीक करे। लेकिन ये बात कहना कि ये गैर मुतल्लका बात है, ये टॉपिक नहीं है, ये तो नई बात शुरू हो जाएगी, ये गलत फहमी आपको हो गई है। ये एन टॉपिक है। तो नबी और नबूवत की, रसूल और रिसालत की तारीफ बयान करनी है, सवाल नंबर 1। सवाल नंबर 2 है, आपने फरमाया हजरत ईसा अलैहिस्सलाम के बारे में हजरत मोहम्मद मुस्तफ़ा सल्लल्लाहु अलैहि वसल्लम ने जो बात की है उसके अलावा कोई भी बात उनके बारे में करना गुमराही है और लोगों को गुमराह करने वाली बात। भाई अगर वो अहमद रजा खान बरेलवी साहब करें, वो जलालुद्दीन सयूती साहब करें, वो इब्ने अरबी साहब करें, तो वो गुमराही है। लेकिन डॉक्टर डेरी साहब कुरान के बारे में अपने पास से घड़कर एक मतलब बयान कर दे, वो गुमराही नहीं है जो रसूल करीम सल्लल्लाहु अलैहि वसल्लम ने ना बताई हो। तो मेरा मुतालबा यह है, इस कुरान की आयत सूरत अन-निसा आयत नंबर 60 की जो आपने तशरीह की कि इसका मतलब यह है कि मोहम्मद सल्लल्लाहु अलैहि वसल्लम के बाद अल्लाह ताला किसी को नबी नहीं बनाएगा, ये मोहम्मद सल्लल्लाहु अलैहि वसल्लम ने कहां फरमाया है? सूरत अन-निसा आयत नंबर 60 का मतलब यह है कि अब मोहम्मद सल्लल्लाहु अलैहि वसल्लम के बाद अल्लाह ताला किसी को नबी नहीं बनाएगा। ये तशरीह कहां की है? ये दावा आपका खास है, दलील मुझे खास दें। मुझे इनका तात वाली हदीस सुनाकर वो किसी और को जाकर सुनाते रहें जो आपकी बातों में आए। मुझे तो ना आप चारें कि मुतालबा मेरा कुछ है, सवाल मेरा गंदुम है, जवाब आपका चना है। भाई जो सवाल किया उसका जवाब दें, नहीं है तो माने आप गुमराही फैला रहे हैं और आप गुमराह हैं। ये 2 सवाल हैं छोटे छोटे, लिख रहे हैं। अब दोबारा आप आते हैं तो 2-2 मिनट फिर टाइम रखकर हम बात करेंगे। अगर आप शुरू में थोड़ा लंबा भी टाइम लेना चाहें तो मुझे कोई मसला नहीं। मकसद सिर्फ यही है कि हम ज्यादा लंबी बात, जाहिर बात है कि आप भी कर सकते हैं, मैं भी कर सकता हूं, तो लंबी बात करने के बजाय हम उसको फोकस करें थोड़ा सा, ताकि बात जो है वो सिमटे। हाँ जी,
जी सलीमीर साहब, मैंने ये नोट कर लिया आपके पॉइंट, बाद में गुफ्तगू होगी, अभी मुझे थोड़ा टाइम दे, नमाज के बाद जी इंशाल्लाह कर लें आप। गुफ्तगू होगी। हाँ जी करके आ जाए। मैं फिर ऑन ही रख के जा रहा हूँ, तो उसके हाँ बाद कोई फिर मसला बात नहीं। जी 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 एडमिन हज़रात, ये डॉक्टर डेरी साहब की आईडी को रिमूव नहीं करना जी, वो नमाज पढ़ के तो फिर आते हैं, फिर बात आगे शुरू करेंगे। ये कई नए मेहमान शामिल हुए हैं जी, सैफी साहब हैं, जहमद, अच्छा जे अहमद साहब हैं, लतीफ़ मीर से इब्ने आदम साहब हैं। आप कुछ बात करना चाहते हैं तो कर लें जी, फिर बाद में बात शुरू। अस्सलाम वालेकुम। वालेकुम सलाम रहमतुल्लाह। हाँ जी आ रही जवाब। हाँ नहीं, मैं उस वक्त ना रास्ते में था जब मैसेज आया, तो मैंने एक दफ़ा टेलीग्राम चेक कर ला। हाँ जी ऑडियो मैसेज वो मैं सुन नहीं सकिया चूंकि मैं इधर लाया सी। मैं कोई मसला इस नहीं, मैं वास्ते उसमें डॉक्टर को बैठा था। ठीक है हाँ, हाँ जी सही है, मैं कोई चेक कर मसला लो। दूसरी गल है कि इन्होंने ਪਤਾ ਲੱਗ ਜਾਂਦਾ ਜੇ ਉਸੇ ਵੇਲੇ ਤੁਸੀਂ ਨਾ ਵੇਖੋ, ਉਸੇ ਵੇਲੇ ਡਬਲ ਟਿਕ ਨਾ ਆਏ ਤੇ ਮੈਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਖੱਬੇ ਸੱਜੇ ਹੋ ਗਏ। नहीं, मैं हॉस्पिटल गया था। हाँ जी अच्छा, मैं जो कुछ पॉइंट सुने ना, एक तो इन्होंने कहा कि हज़रत ईसा अलैहिस्सलाम दावा नबूवत नहीं करन